गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे हो, जो ਆਪਾਂ सतगुरु गुरबाणी गुरु राही सानू उपदेश बख्शिश कर रहे, सानू समझाते भी सारा जो खेल है निरंकार वाहिगुरु दा अपना है। सानू मालिक ने संसार दे विच भेजिया खेलण वास्ते। ना तो इस लोक विच कोई अपनी मर्जी ना आ सकता है ते ना ही इथों आपकी मर्जी नाल कोई जा सकता। जन्म अते मौत दोवें ये परमात्मा के हथ बस मालिक ने आपके हथ विच रखे हुए। इसलिए सानू सतगुरु समझाते भी जीव दे वस नहीं। गुरु नानक पातशाह सानू रोज़ समझाते, जोर न जीवन मरण नह जोर। बई ना तो असी आपदे जोर दे नाल मर सकते ते ना ही असी आपदी मर्जी नाल जिउ सकते, क्योंकि मौत ते जन्म है जिहड़ा मालिक दे वस परमात्मा दी। साडा इहदे विच अपना कोई जोर नहीं चलता। सानू जदों इस संसार विच भेजिया जांदा है, सानू गिणती का समा सवासां का धन दिता जाता है। नाल ही सानू समझाया जाता है भी ये जो तुहानू धन दिता है इहदे विच वधे घटी गल नहीं। जे तुसीं उत्थे मात लोक विच जाके आखो बई साडा समा वधा दिओ, ये वधेगा नहीं। जे तुसीं उत्थे जाके आखो भी साडा समा घटा दिओ, ये घटेगा भी नहीं। भी ना एक तिल भर वधना है ते ना ही एक तिल भर घटना है। मारे फरमाउंदे गण घाले सब दिवसास, नह बढ़न घटन तिल सास। बई एक तिल मात्र भी इन्हां दे विच इधर उधर नहीं हो सकता। समा है जिहड़ा साडा वो पूरा जदों हो गया फिर असीं इथों जाना ही जाना ते आपदे जोर नाल नहीं कोई जा सकता। जे असीं आखीए भी असीं आप चले जाइए भी साडा जिउण नूं जी नहीं करदा जी, असीं तां मरना है ते असीं मर नहीं सकते। ਉਹਦੀ मर्जी तो बिना इथों असीं जा नहीं सकते। जे असीं बहुता करांगे भी, जिवें कई जीव कहते भी नहीं जी मेरा तो जिउण नूं जी नहीं करदा, मैं तो मर जाना। जे मालिक नहीं चाहुंदा ਉਹਦਾ हजे समा हैगा, वो शरीर का नुकसान तो कर सकता है, कोमा 'ਚ चला जाए पिया रहेगा। सवास ने जिहड़े वो चली जाणगे क्योंकि हजे ਉਹਦਾ समा नहीं आया। जदों समा आएगा उदों ही जाएगा, उदा नहीं जा सकता। तां करके फिर जे साडे मन दे विच भरम है भी असीं मर ना जाइए जी, सानू कोई बीमारी ना चुंबड़ जे जी, जद तक साडा समा हैगा सानू कुछ होण नहीं लग्गिया। जद तक मालिक साडे आप नहीं सवास कढदा
ਉਹਨਾਂ ਸਮਾਂ ਅਸੀਂ ਇੱਥੋਂ ਜਾ ਨਹੀਂ ਸਕਦੇ। ਮਹਾਰਾਜ ਕਹਿੰਦੇ ਜਿਸ ਕੀ ਸਾਸ ਨ ਕਾਢਤਾ ਤਾਕੋ ਰਾਖਤ ਦੇ ਕਰ ਹਾਸ। ਸਤਿਗੁਰੂ ਕਹਿੰਦੇ ਵੀ ਜਿਹਦੇ ਸਾਹ ਮੈਂ ਆਪ ਨਹੀਂ ਕੱਢਦਾ, ਜਦ ਤੱਕ ਉਹਦਾ ਸਮਾਂ ਖਤਮ ਨਹੀਂ ਹੁੰਦਾ ਉਹਨਾਂ ਸਮਾਂ ਮੈਂ ਉਹਦੀ ਹੱਥ ਦੇ ਕੇ ਰੱਖਿਆ ਕਰ ਲੈਂਦਾ, ਮੈਂ ਉਹਨੂੰ ਬਚਾ ਲੈਂਦਾ। ਮੇਰੀ ਮਰਜ਼ੀ ਤੋਂ ਬਿਨਾਂ ਕੋਈ ਜਾ ਨਹੀਂ ਸਕਦਾ। ਇਸ ਕਰਕੇ ਫਿਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਨਾ ਤਾਂ ਸਾਡਾ ਜ਼ੋਰ ਮੌਤ 'ਤੇ ਹੈ ਅਤੇ ਨਾ ਹੀ ਜਨਮ 'ਤੇ, ਕਿਉਂਕਿ ਅਸੀਂ ਆਪਦੀ ਮਰਜ਼ੀ ਨਾਲ ਤਾਂ ਆਏ ਨਹੀਂ, ਮਾਲਕ ਨਹੀਂ ਭੇਜਿਆ, ਅਤੇ ਨਾ ਹੀ ਮਰਜ਼ੀ ਨਾਲ ਜਾ ਸਕਦੇ ਹਾਂ। ਜਦੋਂ ਉਹਦੀ ਮਰਜ਼ੀ ਹੋਏਗੀ ਉਦੋਂ ਹੀ ਸਾਨੂੰ ਬੁਲਾਉਣਗੇ, ਜਦੋਂ ਦਿੱਤਾ ਹੋਏ ਸਮਾਂ ਖਤਮ ਹੋਏਗਾ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਭਰਮ ਹੈ। ਜਿਵੇਂ ਸੰਸਾਰ ਦੇ ਵਿੱਚ ਜੀਵ ਕਿਸੇ ਦੂਜੇ ਨੂੰ ਦੋਸ਼ ਦਿੰਦਾ ਵੀ ਇਹਦਾ ਹੀ ਵਜ੍ਹਾ ਕਰਕੇ ਵੀ ਸਾਡਾ ਫਲਾਣਾ ਬੰਦਾ ਮਰ ਗਿਆ ਜੀ, ਇਹਦਾ ਜ਼ਿੰਮੇਵਾਰ ਆ ਹੈ, ਉਹ ਅਸੀਂ ਅਗਿਆਨਤਾ ਦੇ ਵਿੱਚ ਕਹਿੰਦੇ, ਭਰਮ ਦੇ ਵਿੱਚ ਕਹਿੰਦੇ। ਕਿਉਂਕਿ ਜਦੋਂ ਸਮਾਂ ਆ ਗਿਆ ਜਾਣਾ ਤਾਂ ਉਹਨੇ ਹੈਗਾ ਹੀ ਹੈਗਾ। ਸਿਰਫ ਇੱਧਰ ਜਾਣ ਦੀ ਵਿਧੀ ਬਣਦੀ, ਕੋਈ ਨਾ ਕੋਈ ਵਿਧ ਬਣਦੀ ਹੈ ਵੀ ਕਿਵੇਂ ਜਾਣਾ। ਹੁਣ ਜਾਣਾ ਤਾਂ ਸਾਰਿਆਂ ਨੇ, ਆਪਾਂ ਵੀ ਜਾਣਾ, ਅਤੇ ਅੰਤ ਸਮਾਂ ਕੋਈ ਪਤਾ ਨਹੀਂ ਵੀ ਕਿੱਦਾਂ ਦਾ ਆਉਣਾ। ਬਈ ਇਹ ਸਰੀਰ ਨੂੰ ਕੋਈ ਰੋਗ ਲੱਗਣਾ ਹੈ, ਇਹਨੇ ਕਿਸੇ ਬਿਮਾਰੀ ਨਾਲ ਛੱਡਣਾ ਇਹਨੂੰ, ਜਾਂ ਆਪਾਂ ਰਸਤੇ 'ਚ ਜਾ ਰਹੇ ਹਾਂ ਕਿਤੇ ਕੋਈ ਹਾਦਸਾ ਹੋਣਾ ਹੈ, ਜਾਂ ਅਸੀਂ ਪਾਣੀ 'ਚ ਡੁੱਬ ਕੇ ਮਰਨਾ ਹੈ, ਜਾਂ ਕਿਵੇਂ ਮੌਤ ਹੋਣੀ ਹੈ, ਕੀ ਕਾਰਨ ਬਣਨਾ ਹੈ, ਉਹ ਵੀ ਕਰਤੇ ਦੇ ਵੱਸ, ਕਾਰਨ ਕਰਤੇ ਵੱਸ ਹੈ। ਹੁਣ ਮਹਾਰਾਜ ਕਹਿੰਦੇ ਵੀ ਇਹ ਤਾਂ ਪਤਾ ਨਹੀਂ ਵੀ ਅੰਤ ਸਮਾਂ ਕਿਵੇਂ ਸਾਡਾ ਹੋਣਾ ਹੈ, ਕੀ ਵਿਧ ਬਣਨੀ। ਪਰ ਜੇ ਅਸੀਂ ਪਰਮਾਤਮਾ ਨੂੰ ਚੇਤੇ ਕਰਾਂਗੇ, ਜੇ ਅਸੀਂ ਉਹਦੇ ਨਾਮ ਦੇ ਨਾਲ ਜੁੜੇ ਹੋਵਾਂਗੇ, ਅਤੇ ਫਿਰ ਸਾਨੂੰ ਜਿਹੜੀ ਔਖੀ ਘੜੀ ਨਹੀਂ ਦੇਖਣੀ ਪੈਂਦੀ ਵੀ ਅੱਗੇ ਸਾਨੂੰ ਸੌਖਾ ਹੈ, ਵੀ ਸਾਡੇ 'ਤੇ ਫਿਰ ਮੁਸੀਬਤ ਨਹੀਂ ਪੈਂਦੀ, ਸਾਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਆ ਮਾਰੇ ਕਹਿੰਦੇ ਕਿਆ ਜਾਣਾ ਕਬ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਵੀ ਜੇ ਮਾਲਕ ਨਾ ਵਿਸਰੇ ਤਾਂ ਸੌਖਾ, ਅਤੇ ਜੇ ਉਹ ਭੁੱਲਿਆ ਮਾਲਕ ਫਿਰ ਤਾਂ ਔਖਾ ਹੀ ਔਖਾ। ਫਿਰ ਤਾਂ ਅਸੀਂ ਭਰਮਾਂ 'ਚ ਇੱਥੇ ਵੀ ਔਖੇ ਹਾਂ, ਅਤੇ ਜਦੋਂ ਦੇ ਛੱਡਾਂਗੇ ਫਿਰ ਉਦੋਂ ਵੀ ਔਖੇ, ਕਿਉਂਕਿ ਫਿਰ ਜਮਾਂ ਦੇ ਵੱਸ ਪੈ ਜਾਣਾ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜਿਹੜਾ ਵੀ ਜੀਵ ਆਇਆ ਜਾਣਾ ਤਾਂ ਉਹਨੇ ਹੈਗਾ ਹੀ ਆ। ਅਸੀਂ ਕਿਸੇ ਦੇ ਜਾਣ ਦਾ ਸੋਗ ਤਾਂ ਕਰੀਏ ਜੇ ਅਸੀਂ ਆਪ ਇੱਥੇ ਬੈਠੇ ਰਹਿਣਾ ਹੋਵੇ, ਆਪਾਂ ਤਾਂ ਆਪ ਚਲੇ ਜਾਣਾ। ਮਹਾਰਾਜ ਕਹਿੰਦੇ ਅਬਰ ਮੂਏ ਕਿਆ ਸੋਗ ਕਰੀਜੇ ਤੋ ਕੀਜੇ ਜੋ ਆਪਣ ਜੀਜੇ। ਬਈ ਤੁਸੀਂ ਸੋਗ ਤਾਂ ਕਰੋ ਜੇ ਤੁਸੀਂ ਜਿਉਂਦੇ ਰਹਿਣਾ ਹੋਵੇ, ਆਪਾਂ ਤਾਂ ਆਪ ਜਾਈ ਬਣਨਾ, ਇੱਥੇ ਕਿਹੜਾ ਅਸੀਂ ਸਦਾ ਬੈਠੇ ਰਹਿਣਾ। ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹੁਣ ਆਪਣੇ ਦੇਖਦੇ ਦੇਖਦੇ ਕਿੰਨੇ ਜੀਵ ਚਲੇ ਗਏ, ਅਤੇ ਨਵੇਂ ਆਉਂਦੇ ਨੇ, ਅਤੇ ਜੀਵ ਜਾਈ ਜਾਂਦੇ ਨੇ, ਆਈ ਜਾਂਦੇ ਨੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਤਾਂ ਆਉਣ ਜਾਣ ਹੈ, ਵੀ ਜਿੰਨਾ ਸਾਨੂੰ ਸਮਾਂ ਦਿੱਤਾ ਹੈ ਉਹਨਾਂ ਸਮਾਂ ਅਸੀਂ ਇਹ ਧਰਤੀ 'ਤੇ ਰਹਿਣਾ ਇੱਥੇ, ਅਤੇ ਜਦੋਂ ਦਿੱਤਾ ਹੋਇਆ ਸਮਾਂ ਖਤਮ ਹੋਇਆ ਅਤੇ ਸਾਨੂੰ ਬੁਲਾ ਲੈਣਾ ਵਾਪਸ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਦੇ ਵਿੱਚ ਜਿਹੜਾ ਵਾਧਾ ਘਟਦਾ ਨਹੀਂ ਹੈ, ਪਰ ਜੇ ਮਾਲਕ ਚਾਹਵੇ, ਪਰਮਾਤਮਾ ਚਾਹਵੇ ਤਾਂ ਉਹ ਵਧਾ ਵੀ ਸਕਦਾ। ਉਹ ਚਾਹਵੇ ਤਾਂ ਸਾਡੀ ਉਮਰ 4 ਯੁੱਗ ਤੱਕ ਵੀ ਲਿਜਾ ਸਕਦਾ, ਇੰਨੀ ਵੱਡੀ ਕਰ ਸਕਦਾ। ਫਿਰ 4 ਯੁੱਗ ਤੋਂ 40 ਯੁੱਗਾਂ ਤੱਕ ਵੀ ਕਰ ਸਕਦਾ। ਜੇ ਯੁੱਗ 4 ਆਰ ਜਾਂ ਹੋਰ ਦਸੂਣੀ ਹੋਈ
ਵੀ 4 ਯੁੱਗਾਂ ਜਿੰਨੀ ਉਮਰ ਤੇ ਹੋਰ 10 ਗੁਣਾ ਹੋਰ ਵਧਾ ਦਿਓ, 40 ਯੁੱਗ ਹੋ ਜੇ। ਜੇ ਉਹ ਚਾਹੇ ਮਾਲਕ ਤੇ ਉਹ ਬਿਨਾਂ ਸਵਾਸਾਂ ਤੋਂ ਵੀ ਸਾਨੂੰ ਰੱਖ ਸਕਦਾ ਜਿਉਂਦਾ। ਮਹਾਰਾਜ ਕਹਿੰਦੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੀ। ਜੇ ਉਹਨੂੰ ਭਾਵੇ ਤੇ ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ। ਜਿਵੇਂ ਆਪਾਂ ਨੂੰ ਉਦਾਹਰਨ ਦੇ ਤੌਰ 'ਤੇ ਕਈ ਇਲਾਕੇ ਐਸੇ ਨੇ ਜਿੱਥੇ 6-6 ਮਹੀਨੇ ਬਰਫ਼ ਪਈ ਰਹਿੰਦੀ। ਹੁਣ ਉਹ ਬਰਫ਼ ਜਿੱਥੇ ਪੈਂਦੀ 6 ਮਹੀਨੇ, ਉੱਥੇ ਇੱਕ ਜੀਵ ਹੈ ਡੱਡੂ। ਹੁਣ ਜਦੋਂ ਬਰਫ਼ ਪੈਂਦੀ ਹੈ, ਡੱਡੂ ਦੇ ਅੰਦਰ ਪਾਣੀ ਹੈ, ਉਹਦੇ ਅੰਦਰਲਾ ਪਾਣੀ ਵੀ ਬਰਫ਼ ਬਣ ਜਾਂਦਾ ਅਤੇ ਬਾਹਰ ਵੀ ਸਾਰੇ ਬਰਫ਼ ਹੀ ਬਰਫ਼ ਪੈ ਗਈ। ਹੁਣ ਉਹ ਬਰਫ਼ ਦੇ ਵਿੱਚ ਉੱਥੇ ਹੀ ਜਿੱਥੇ ਪਿਆ ਉੱਥੇ ਹੀ ਪਿਆ ਰਹਿੰਦਾ। 6 ਮਹੀਨੇ ਜਦੋਂ ਬਰਫ਼ ਪਈ ਰਹਿੰਦੀ, ਉਦੋਂ ਬਾਅਦ 'ਚ ਜਦੋਂ ਬਰਫ਼ ਪਿਘਲਣੀ ਸ਼ੁਰੂ ਹੁੰਦੀ ਅਤੇ ਉਹ ਬਰਫ਼ ਖੁਰਦੀ ਅਤੇ ਡੱਡੂ ਦੇ ਜਿਹੜਾ ਅੰਦਰਲਾ ਪਾਣੀ, ਉਹ ਪਾਣੀ ਵੀ ਖੁਰਦਾ। ਜਦੋਂ ਪਾਣੀ ਖੁਰਦਾ ਅਤੇ ਉਹ 6 ਮਹੀਨੇ ਬਾਅਦ ਫਿਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ। ਜਦੋਂ ਬਰਫ਼ ਖੁਰ ਜਾਂਦੀ, ਉਹ ਛਾਲ ਮਾਰਦਾ, ਟਪੂਸੀਆਂ ਮਾਰ ਕੇ ਫਿਰ ਭੱਜਣ ਲੱਗ ਜਾਂਦਾ। 6 ਮਹੀਨੇ ਕਿੱਥੇ ਪਿਆ ਰਿਹਾ ਸਵਾਸਾਂ ਤੋਂ ਬਿਨਾਂ ਹੀ। ਕਿਉਂਕਿ ਜੇ ਮਾਲਕ ਨੂੰ ਭਾਉਂਦਾ ਤਾਂ ਇਸ ਤਰ੍ਹਾਂ ਵੀ ਰੱਖ ਲੈਂਦੇ। ਪ੍ਰਭ ਭਾਵੇ ਬਿਨ ਸਾਸ ਤੇ ਰਾਖੀ। ਬਿਨਾਂ ਸਵਾਸਾਂ ਤੋਂ ਵੀ ਉਹ ਜਿਉਂਦਾ ਰੱਖ ਸਕਦਾ। ਬਈ ਜੇ ਉਹ ਚਾਹੇ ਤਾਂ ਉਹ ਸਾਡੀ ਉਮਰ ਵਧਾ ਵੀ ਸਕਦਾ ਹੈ, ਜੇ ਉਹ ਚਾਹੇ ਤਾਂ ਉਹ ਘਟਾ ਵੀ ਸਕਦਾ। ਜਿਵੇਂ ਹੁਣ ਜੇ ਕਿਸੇ ਜੀਵ ਨੂੰ ਲੱਗਦਾ ਬਈ ਮੇਰੀ ਉਮਰ ਜ਼ਿਆਦਾ ਹੈ, ਮੈਂ ਤਾਂ ਮਰਨਾ ਚਾਹੁੰਦਾ, ਹੁਣ ਉਹਦੇ ਵਾਸਤੇ ਫਿਰ ਉਹ ਕੀ ਕਰੇ? ਜੇ ਉਹ ਆਪਦੀ ਉਮਰ ਘਟਾਉਣੀ ਚਾਹੁੰਦਾ ਤਾਂ ਉਹ ਜਿਹੜੇ ਮਾਲਕ ਦੇ ਪਿਆਰੇ, ਜਿਨ੍ਹਾਂ ਨੂੰ ਸੰਤ ਆਖੇ, ਉਹ ਸੰਤਾਂ ਦੇ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰਦੇ, ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰਦੇ। ਜਿਹੜਾ ਜੀਵ ਸੰਤਾਂ ਦੀ ਨਿੰਦਿਆ ਕਰਦਾ, ਉਹਦੀ ਆਰਜੂ ਮਾਲਕ ਘਟਾ ਦਿੰਦਾ। ਉਹਦਾ ਸਮਾਂ ਘੱਟ ਕਰਕੇ ਉਹਨੂੰ ਪਹਿਲਾਂ ਹੀ ਇਹਨੂੰ ਹੋਰ ਆਕਾਰ 'ਚ ਭੇਜੋ, ਇਹ ਕਾਬਲ ਹੀ ਨਹੀਂ, ਇਹ ਮਾਨਸ ਜਾਮੇ ਸੀ। ਇਸ ਲਈ ਮਹਾਰਾਜ ਕਹਿੰਦੇ ਸੰਤ ਕੇ ਦੁੱਖਨ ਆਰਜਾ ਘਟੀ। ਜਿਹੜਾ ਸੰਤਾਂ ਦਾ ਦੁਖੀ, ਉਹਦੀ ਆਰਜੂ ਘਟ ਵੀ ਜਾਂਦੀ, ਉਹ ਮਾਲਕ ਘਟਾ ਵੀ ਦਿੰਦਾ। ਜਾਣੀ ਦੀ ਪਰਮਾਤਮਾ ਦੇ ਵੱਸ ਹੈ। ਜੇ ਉਹ ਚਾਹੇ ਤਾਂ ਉਹ ਘਟਾ ਵੀ ਸਕਦਾ, ਜੇ ਉਹ ਚਾਹੇ ਤਾਂ ਵਧਾ ਵੀ ਸਕਦਾ। ਪਰ ਉਹਦਾ ਆਪਾਂ ਨੂੰ ਦੱਸਿਆ ਵੀ ਸਾਨੂੰ ਗਿਣਤੀ ਦੇ ਦਿੱਤੇ, ਵੀ ਜਿਹੜਾ ਸਮਾਂ ਸਾਨੂੰ ਗਿਣਤੀ ਦਾ ਦਿੱਤਾ, ਵੀ ਜਿਹਦੇ ਵਿੱਚ ਤਿਲ ਭਰ ਵੀ ਵਾਧਾ ਘਟਦਾ ਨਹੀਂ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਹੈ। ਵੀ ਨਾ ਤਾਂ ਅਸੀਂ ਆਪਦੀ ਮਰਜ਼ੀ ਨਾਲ ਆ ਸਕਦੇ ਅਤੇ ਨਾ ਹੀ ਇੱਥੋਂ ਆਪਦੀ ਮਰਜ਼ੀ ਨਾਲ ਕੋਈ ਜਾ ਸਕਦਾ, ਮਾਲਕ ਦੇ ਵੱਸ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਭਰਮ ਵਿੱਚ ਨਾ ਪਓ, ਵੀ ਸਾਨੂੰ ਕੋਈ ਖਤਮ ਕਰ ਦੇਗਾ ਜਾਂ ਅਸੀਂ ਚਲੇ ਜਾਵਾਂਗੇ। ਕਿਉਂਕਿ ਜਦ ਤੱਕ ਸਾਡਾ ਸਮਾਂ ਨਹੀਂ ਆਉਂਦਾ, ਉਹਨਾਂ ਸਮਾਂ ਅਸੀਂ ਜਾ ਨਹੀਂ ਸਕਦੇ ਕਿਤੇ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਪਰਮਾਤਮਾ ਦੇ ਵੱਸ ਹੈ, ਵੀ ਮਾਲਕ ਸਾਨੂੰ ਸਵਾਸ ਦੇ ਰਿਹਾ, ਸਾਹਮਣੇ ਉਹ ਸਾਨੂੰ ਦੇਖ ਰਿਹਾ। ਇਹ ਸਾਰਿਆਂ ਨੂੰ ਆਪਦੀ ਉਹ ਨਜ਼ਰ ਹੇਠ ਰੱਖਦਾ, ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ ਹੈ। ਸਭ ਨਜ਼ਰ ਹੀ ਅੰਦਰ ਰੱਖਦਾ। ਜੇਤੀ ਸ੍ਰਿਸ਼ਟ ਸਭ ਕੀਤੀ, ਵੀ ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਹਦੀ ਨਜ਼ਰ ਹੇਠ ਨੇ, ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਹੈ ਨਹੀਂ। ਉਹ ਸਾਹਮਣੇ ਉਹ ਸਾਨੂੰ ਫਿਰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ ਮਾਲਕ। ਅਤੇ ਜਦੋਂ ਸਾਡਾ ਸਮਾਂ ਪੂਰਾ ਹੁੰਦਾ, ਇੱਥੋਂ ਸਾਹਮਣੇ ਉਹ ਸਵਾਸ ਬੰਦ ਕਰ ਦਿੰਦੇ। ਕਿਉਂਕਿ ਸਮਾਂ ਜਦੋਂ ਸਾਨੂੰ ਇੱਧਰ ਭੇਜਿਆ ਜਾਂਦਾ, ਸਾਨੂੰ ਇੱਕ ਚਿੱਠੀ ਦਿੱਤੀ ਜਾਂਦੀ, ਜਿਹਨੂੰ ਚੀਰੀ ਕਹਿੰਦੇ ਗੁਰਬਾਣੀ 'ਚ। ਉਹਦੀ ਇੱਕ ਲਿਖਤ ਜਿਹੜੀ ਉਹ ਦਰਗਾਹ 'ਚ ਰੱਖੀ ਜਾਂਦੀ ਪਰਲੋਕ ਦੇ ਵਿੱਚ।
ਤੇ ਇੱਕ ਸਾਡੇ ਮਨ ਨੂੰ ਦਿੱਤੀ ਜਾਂਦੀ ਵੀ ਤੈਨੂੰ ਇੰਨਾ ਸਮਾਂ ਦਿੱਤਾ ਖੇਲਣ ਵਾਸਤੇ, ਇੰਨਾ ਤੈਨੂੰ ਧਨ ਦਿੱਤਾ ਹੈ, ਤੂੰ ਇਹ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਘਰ ਵਾਪਸ ਆ ਜਾ, ਤੂੰ ਆਉਣ ਜਾਣ ਬਣਾ ਲੈਣਾ। ਹੁਣ ਉਹ ਸਾਡਾ ਮਨ ਇੱਥੇ ਆ ਕੇ ਜਦੋਂ ਸੌਂ ਜਾਂਦਾ, ਉਹ ਜਿਹੜਾ ਪਰਵਾਨਾ ਉਹ ਨਿਜ ਮਹਿਲ 'ਚ ਹੀ ਭੁੱਲ ਆਉਂਦਾ। ਇਸ ਕਰਕੇ ਇਹਨੂੰ ਖਬਰ ਨਹੀਂ ਰਹਿੰਦੀ ਵੀ ਮੇਰੇ ਕੋਲ ਕਿੰਨਾ ਕੁ ਸਮਾਂ ਬਾਕੀ ਹੈ, ਕਦੋਂ ਮੈਂ ਇੱਥੋਂ ਜਾਣਾ। ਅਤੇ ਉਹ ਜਿਹੜੀ ਦਰਗਾਹ 'ਚ ਲਿਖਤ ਰੱਖੀ ਹੁੰਦੀ, ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਹੈ, ਉਹ ਪਹਿਲਾਂ ਦਰਗਾਹ ਦੇ ਵਿੱਚ ਉਹ ਚਿੱਠੀ ਨੂੰ ਪਾੜਦੇ ਨੇ। ਉੱਥੋਂ ਨਵਾਂ ਪਰਵਾਨਾ ਜਾਰੀ ਕਰਕੇ ਜਮਾਂ ਦੇ ਹੱਥ ਫਿਰ ਉਹਨਾਂ ਨੂੰ ਭੇਜਿਆ ਜਾਂਦਾ ਵੀ ਜਾਓ ਉਹਨੂੰ ਬੁਲਾ ਕੇ ਲੈ ਕੇ ਆਓ। ਜਿਨ੍ਹਾਂ ਦੀ ਚੀਰੀ ਉਹ ਦਰਗਾਹ ਦੇ ਵਿੱਚ ਪਾੜਤੀ, ਫਿਰ ਉਹਨਾਂ ਨੇ ਮਰਨਾ ਹੀ ਮਰਨਾ, ਉਹਨਾਂ ਨੂੰ ਕੋਈ ਨਹੀਂ ਰੱਖ ਸਕਦਾ। ਮਹਾਰਾਜ ਕਹਿੰਦੇ ਜਿਨ ਕੀ ਚੀਰੀ ਦਰਗਾਹ ਪਾਟੀ, ਤਿੰਨਾ ਮਰਨਾ ਭਾਈ। ਵੀ ਜਿਨ੍ਹਾਂ ਦੀ ਚੀਰੀ ਉਹ ਦਰਗਾਹ 'ਚ ਪਾੜ ਦਿੱਤੀ, ਉਹਨਾਂ ਨੇ ਤਾਂ ਮਰਨਾ ਹੀ ਮਰਨਾ, ਉਹਨਾਂ ਨੇ ਤਾਂ ਜਾਣਾ ਹੀ ਜਾਣਾ। ਅਤੇ ਉਸੋਂ ਫਿਰ ਜਮਾਂ ਨੂੰ ਕਹਿੰਦੇ ਵੀ ਜਾਓ ਉਹਨੂੰ ਬੁਲਾ ਕੇ ਲੈ ਕੇ ਆਓ। ਵੀ ਆ ਕੇ ਜਿਹੜਾ ਉਹ ਸਵਾਸਾਂ ਦਾ ਧਨ ਲੈ ਕੇ ਗਿਆ ਸੀ, ਕਿੱਥੇ ਕਿੱਥੇ ਉਹਨੇ ਖਰਚ ਕੀਤਾ ਅਤੇ ਆ ਕੇ ਵਾਪਸ ਹਿਸਾਬ ਦੇਵੇ। ਅਤੇ ਜਿਸ ਵੀ ਹਾਲਤ 'ਚ ਹੋਇਆ ਉਸੇ 'ਚ ਹੀ ਬੁਲਾ ਕੇ ਲੈ ਆਉਣਾ। ਜਮ ਨੇ ਜਿਹੜੇ ਜਦੋਂ ਲੈਣ ਆਉਂਦੇ, ਉਹ ਇਹ ਨਹੀਂ ਕਹਿੰਦੇ ਵੀ ਤੂੰ ਆਹ ਕੰਮ ਕਰ ਲਾ, ਕੋਈ ਨਹੀਂ ਤੈਨੂੰ ਬਾਅਦ 'ਚੋਂ ਲੈ ਕੇ ਜਾਂਦੇ। ਜਿਸ ਵੀ ਅਸੀਂ ਹਾਲਤ 'ਚ ਆ, ਉਹਨਾਂ ਨੇ ਇੱਕ ਸਵਾਸ ਵੀ ਵੱਧ ਨਹੀਂ ਲੈ ਸਕਦੇ। ਤਾਂਹੀਓ ਮਹਾਰਾਜ ਕਹਿੰਦੇ ਵੀ ਜਦੋਂ ਜਮ ਆਉਂਦੇ ਉਹ ਪਰਵਾਨਾ ਸੁਣਾਉਂਦੇ, ਅਤੇ ਉਹ ਕਹਿੰਦੇ ਵੀ ਤੈਨੂੰ ਦਰਗਾਹ 'ਚ ਬੁਲਾਇਆ ਵੀ ਜਿਸ ਵੀ ਹਾਲਤ 'ਚ ਉੱਠ ਕੇ ਛੇਤੀ ਚੱਲਣਾ। ਜਿਹਨੂੰ ਮਹਾਰਾਜ ਕਹਿੰਦੇ ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੇ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਹਾਇਆ। ਵੀ ਦਰਗਾਹ ਤੋਂ ਤੈਨੂੰ ਫਰਮਾਨ ਭੇਜਿਆ, ਉੱਥੇ ਤੇਰੀ ਚਿੱਠੀ ਸੀ ਜਿਹੜੀ ਉਹ ਪਾੜਤੀ, ਤੇਰਾ ਸਮਾਂ ਖਤਮ ਹੋ ਗਿਆ ਅਤੇ ਚੱਲ ਹੁਣ ਉੱਠ ਕੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਰਾ ਖੇਲ ਜਿਹੜਾ ਇਹ ਸੂਖਮ ਦੇ ਵਿੱਚ ਚੱਲਦਾ। ਗੁਰਬਾਣੀ ਗੁਰੂ ਵਿੱਚ ਤਾਂਹੀਓ ਆਪਾਂ ਨੂੰ ਸਾਰਾ ਇਹ ਸੂਖਮ ਦਾ ਗਿਆਨ ਦਿੱਤਾ। ਜਿਵੇਂ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ 3 ਪ੍ਰਕਾਰ ਦੀ ਜਿਹੜੀ ਕਥਾ ਉਹ ਕਥਾ ਦੱਸੀ ਹੈ। ਇੱਕ ਕਥਾ ਹੁੰਦੀ ਦ੍ਰਿਸ਼ਟਮਾਨ। ਦ੍ਰਿਸ਼ਟਮਾਨ ਦੇ ਵਿੱਚ ਹੁੰਦਾ ਹੈ ਜਿਵੇਂ ਭਗਤਾਂ ਦਾ ਆਪਾਂ ਜੀਵਨ ਦੇਖਦੇ ਹਾਂ, ਕਿਵੇਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਫਿਰ ਕਿਵੇਂ ਮਾਲਕ ਨੇ ਉਹਨਾਂ ਦੀ ਰੱਖਿਆ ਕੀਤੀ। ਉਹ ਗੁਰਬਾਣੀ ਗੁਰੂ ਵਿੱਚ ਫਰਮਾਨ ਆਉਂਦੇ ਨੇ, ਜਿਵੇਂ ਬਾਬਾ ਕਬੀਰ ਜੀ ਦਾ ਹੋ ਗਿਆ, ਭਗਤ ਨਾਮਦੇਵ ਜੀ ਦਾ ਹੋ ਗਿਆ, ਧਰਮ ਪ੍ਰਹਲਾਦ ਦਾ ਹੋ ਗਿਆ, ਉਹਨਾਂ ਦਾ ਗੁਰਬਾਣੀ 'ਚ ਜ਼ਿਕਰ ਆਉਂਦਾ, ਉਹਨੂੰ ਦ੍ਰਿਸ਼ਟਮਾਨ ਕਥਾ ਕਹਿੰਦੇ। ਇੱਕ ਕਥਾ ਹੈ ਅਕਥ ਕਥਾ। ਅਕਥ ਕਥਾ ਦੇ ਵਿੱਚ ਦ੍ਰਿਸ਼ਟਮਾਨ ਦੀ ਕੋਈ ਗੱਲ ਨਹੀਂ ਹੁੰਦੀ। ਇਹਦੇ ਵਿੱਚ ਸਾਰੀ ਕਹਾਣੀ ਜਿਹੜੀ ਇਹ ਸੂਖਮ ਦੀ ਚੱਲਦੀ। ਸੂਖਮ ਕਹਿੰਦੇ ਵੀ ਜਿਹੜਾ ਆਪਾਂ ਨੂੰ ਇਹਨਾਂ ਅੱਖਾਂ ਦੁਆਰਾ ਦਿਖਾਈ ਨਹੀਂ ਦਿੰਦਾ। ਜਿਵੇਂ ਸਾਡਾ ਮਨ ਹੈ, ਮਨ ਵੀ ਸੂਖਮ ਹੈ, ਆਤਮਾ ਵੀ ਸੂਖਮ ਹੈ, ਪਰਮਾਤਮਾ ਵੀ ਸੂਖਮ ਹੈ। ਸਵੇਰੇ ਜੋ 3 ਗੁਣ ਨੇ, ਮਾਇਆ ਇਹ ਵੀ ਸੂਖਮ ਹੈ, ਸਾਨੂੰ ਦਿਸਦੀ ਨਹੀਂ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਸੂਖਮ ਨੇ। ਫਿਰ ਜੋ ਧਰਮ ਰਾਏ ਹੈ, ਚੇਤਰ ਗੁਪਤ ਨੇ, ਜਮ ਨੇ, ਇਹ ਸਾਰੇ ਸੂਖਮ ਨੇ, ਇਹ ਸਾਨੂੰ ਦਿਸਦੇ। ਜਦ ਤੱਕ ਸਾਡਾ ਮਨ ਨਹੀਂ ਜਾਗੇਗਾ, ਕਿਉਂਕਿ ਮਨ ਵੀ ਆਪਣਾ ਸੂਖਮ ਹੈ, ਜਦੋਂ ਇਹ ਸਾਡਾ ਸੂਖਮ ਮਨ ਜਾਗੇਗਾ ਫਿਰ ਇਹਨੂੰ ਇਹ ਸੂਖਮ ਆਕਾਰ ਦਿਸਣਗੇ, ਫਿਰ ਇਹਨੂੰ ਸਾਰਾ ਕੁਛ ਨਜ਼ਰ ਆਏਗਾ। ਜਿਵੇਂ ਹੁਣ ਆਪਾਂ ਇਹ ਦ੍ਰਿਸ਼ਟਮਾਨ ਸਰੀਰ ਦੀਆਂ ਅੱਖਾਂ, ਇਹਨਾਂ ਨਾਲ ਸਾਨੂੰ ਦ੍ਰਿਸ਼ਟਮਾਨ ਨਜ਼ਰ ਆਉਂਦਾ ਹੈ। ਜਦੋਂ ਮਨ ਜਾਗੇਗਾ, ਮਨ ਸੂਖਮ ਹੈ, ਮਨ ਦੇ ਗਿਆਨ ਇੰਦਰੇ ਕਰਮ ਇੰਦਰੇ ਸੂਖਮ ਨੇ, ਉਹਨੂੰ ਫਿਰ ਸੂਖਮ ਨਜ਼ਰ ਆਉਣਗੇ। ਹੁਣ ਇਸ ਵਾਸਤੇ ਫਿਰ ਇਹ ਅਕਥ ਕਹਾਣੀ ਦੇ ਵਿੱਚ
ਆਪਾਂ ਨੂੰ ਸਾਰਾ ਇਹ ਸੁਖਮ ਦਾ ਗਿਆਨ ਦਿੱਤਾ ਜਾਂਦਾ। ਇਹਦੇ ਵਿੱਚ ਇਹ ਸਰੀਰ ਦੀ ਕੋਈ ਗੱਲ ਨਹੀਂ ਕਰਦੀ। ਜਿਵੇਂ ਇਸ ਸਰੀਰ ਨੂੰ ਤਾਂ ਘਰ ਕਹਿ ਕੇ, ਪਿੰਡ, ਖੇਤ, ਧਰਤੀ, ਦੇਸ਼ ਕਹਿ ਕੇ ਬਸ ਹੀ ਕਰਦੀ। ਹੁਣ ਜਿਹੜਾ ਇਹਦੇ ਅੰਦਰ ਪਰਿਵਾਰ ਵੱਸਦਾ ਹੈ, ਸਾਰੀ ਕਹਾਣੀ ਉਹ ਪਰਿਵਾਰ ਦੀ ਚੱਲਦੀ। ਜਿਵੇਂ ਹੁਣ ਮਨ ਸੂਖਮ ਹੈ, ਮਨ ਨੂੰ ਇਹ ਸਮਾਂ ਦਿੱਤਾ, ਸਵਾਸਾਂ ਦਾ ਧਨ, ਗਿਣਤੀ ਦਾ। ਹੁਣ ਇਹਨੇ ਖਰਚ ਕਰਨਾ ਇੱਧਰ, ਅਤੇ ਜਦੋਂ ਹੁਣ ਇਹਦਾ ਸਮਾਂ ਖਤਮ ਹੋਇਆ, ਹੁਣ ਜਮ ਨੇ ਜਿਹੜੇ ਉਹ ਸੂਖਮ ਨੇ, ਉਹਨਾਂ ਨੂੰ ਭੇਜਿਆ ਜਾਂਦਾ ਵੀ ਜਾਓ ਉਹਨੂੰ ਜਾ ਕੇ ਲੈ ਕੇ ਆਓ। ਉਹ ਹੁਣ ਆਪਾਂ ਨੂੰ ਇਹਨਾਂ ਅੱਖਾਂ ਨਾਲ ਦਿਸਦੇ ਨੇ ਜਦ ਤੱਕ ਮਨ ਸੁੱਤਾ ਹੋਏ। ਇਸੇ ਤਰ੍ਹਾਂ ਜੋ ਧਰਮ ਰਾਏ ਹੈ ਉਹ ਵੀ ਸੁਖਮ ਹੈ, ਉਹ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਇਹਨਾਂ ਅੱਖਾਂ ਨਾਲ ਜਦ ਤੱਕ ਅਸੀਂ ਜਾਗਾਂਗੇ ਨਹੀਂ। ਤਾਂ ਕਰਕੇ ਫਿਰ ਇਹ ਜਿਹੜੀ ਸਾਰੀ ਕਹਾਣੀ ਚੱਲਦੀ, ਇਹ ਸੁਖਮ ਦੀ ਚੱਲਦੀ। ਇਸ ਵਾਸਤੇ ਫਿਰ ਆਪਾਂ ਨੂੰ ਇਹਨੂੰ ਸਮਝਣ ਵਾਸਤੇ ਸਮਾਂ ਲੱਗਦਾ, ਕਿਉਂਕਿ ਜੇ ਤਾਂ ਆਪਾਂ ਕੋਈ ਦ੍ਰਿਸ਼ਟ ਮਨ ਸਾਖੀ ਸੁਣਾਈਏ ਜਾਂ ਆਪਾਂ ਸੰਸਾਰ ਦੀ ਕੋਈ ਸੁਣਾਈਏ, ਉਹਦੀ ਤਾਂ ਸਾਨੂੰ ਇੱਕ ਵਾਰ ਸਮਝ ਲੱਗ ਜਾਂਦੀ, ਅਤੇ ਉਹ ਅਸੀਂ ਅੱਗੇ ਵੀ ਸੁਣਾ ਦਿੰਦੇ, ਸੁਣ ਕੇ ਉਹ ਅਸੀਂ ਅੱਗੇ ਵੀ ਸੁਣਾ ਦਾਂਗੇ। ਹੁਣ ਇਹ ਜੋ ਸਾਖੀ ਹੈ ਸਾਡੇ ਮਨ ਦੀ ਸਾਖੀ ਹੈ, ਸਾਡੇ ਮਨ ਦੀ ਕਹਾਣੀ ਹੈ ਸਾਰੀ। ਇਹ ਆਪਾਂ ਨੂੰ ਉਹ ਗੁਰਮੁਖ ਦੱਸਦੇ ਜਿਨ੍ਹਾਂ ਦਾ ਮਨ ਆਪ ਜਾਗੇ ਆ, ਅਤੇ ਜਾ ਕੇ ਉਹਨਾਂ ਨੇ ਜੋ ਦੇਖਿਆ ਫਿਰ ਉਹਨਾਂ ਨੇ ਆਪਾਂ ਨੂੰ ਅੱਖੀਂ ਦੇਖ ਕੇ ਉਹ ਗੁਰਬਾਣੀ ਗੁਰੂ ਵਿੱਚ ਦੱਸੀ। ਤਾਂ ਮਹਾਰਾਜ ਕਹਿੰਦੇ ਸੁਣ ਸੰਤਨ ਕੀ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਵੀ ਜੋ ਉਹਨਾਂ ਨੇ ਦੇਖੀ ਉਹਨਾਂ ਨੇ ਉਹ ਗੁਰਬਾਣੀ 'ਚ ਦਰਜ ਕਰਤੀ। ਹੁਣ ਜਦੋਂ ਉਹਨਾਂ ਨੇ ਦੇਖਿਆ ਵੀ ਜਿਵੇਂ ਇੱਕ ਤਾਂ ਹੁੰਦੀ ਹੈ ਹੱਡ ਬੀਤੀ, ਅਤੇ ਇੱਕ ਹੁੰਦੀ ਹੈ ਜਗ ਬੀਤੀ। ਜਿਵੇਂ ਅੱਗੇ ਪੁਰਾਣੇ ਸਮਿਆਂ 'ਚ ਬਾਤਾਂ ਪਾਉਂਦੇ, ਕਹਾਣੀਆਂ ਪਾਉਂਦੇ, ਉਹ ਜਦੋਂ ਬਜ਼ੁਰਗ ਬਾਤ ਸੁਣਾਉਂਦੇ ਜਾਂ ਆਪਾਂ ਉਹਨਾਂ ਤੋਂ ਪੁੱਛਦੇ, ਅਤੇ ਉਹ ਕਹਿੰਦੇ ਵੀ ਦੱਸੋ ਕੀ ਸੁਣਨਾ, ਵੀ ਤੁਹਾਨੂੰ ਹੱਡ ਬੀਤੀ ਸੁਣਾਈਏ ਕਿ ਜਗ ਬੀਤੀ ਸੁਣਾਈਏ। ਹੱਡ ਬੀਤੀ ਹੁੰਦੀ ਵੀ ਜਿਹੜੀ ਆਪਦੇ ਨਾਲ ਬੀਤੀ ਹੋਵੇ, ਅਤੇ ਜਗ ਬੀਤੀ ਹੁੰਦੀ ਵੀ ਜਿਹੜੀ ਦੂਸਰੇ ਨਾਲ ਬੀਤੀ ਹੋਵੇ ਅਤੇ ਆਪਦੀਆਂ ਅੱਖਾਂ ਦੁਆਰਾ ਦੇਖੀ ਹੋਵੇ, ਹੁੰਦੀ ਹੋਈ। ਹੁਣ ਇਹ ਗੁਰਬਾਣੀ ਗੁਰੂ ਵਿੱਚ ਦੋਵੇਂ ਹੀ ਦਰਜ ਨੇ, ਹੱਡ ਬੀਤੀ ਵੀ ਹੈ ਅਤੇ ਜਗ ਬੀਤੀ ਵੀ ਹੈ। ਹੁਣ ਆਪਾਂ ਨੂੰ ਪੁੱਛਦੇ ਵੀ ਤੁਸੀਂ ਕਿਹੜੀ ਸੁਣਨੀ, ਵੀ ਹੱਡ ਬੀਤੀ ਸੁਣਨੀ ਹੈ ਕਿ ਜਗ ਬੀਤੀ ਸੁਣਨੀ ਹੈ। ਜਦੋਂ ਆਪਾਂ ਗੁਰਮੁਖਾਂ ਤੋਂ ਪੁੱਛਦੇ ਹਾਂ ਅਤੇ ਉਹ ਕਹਿੰਦੇ ਵੀ ਦੱਸੋ ਕਿਹੜੀ ਸੁਣਨੀ। ਆਪਾਂ ਉਹਨਾਂ ਨੂੰ ਕਹਿੰਦੇ ਦੋਵੇਂ ਹੀ ਸੁਣਾ ਦਿਓ ਜੀ, ਜਗ ਬੀਤੀ ਵੀ ਸੁਣਾ ਦਿਓ ਅਤੇ ਹੱਡ ਬੀਤੀ ਵੀ ਸੁਣਾ ਦਿਓ। ਇਹ ਰੋਜ਼ ਸਾਨੂੰ ਇਹ ਦੋਵੇਂ ਸੁਣਾਉਂਦੇ। ਜਗ ਬੀਤੀ ਸੁਣਾਉਂਦੇ ਵੀ ਜਦੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਜੀਵ ਦਾ, ਉਹ ਜਮ ਨੇ ਜਿਹੜੇ ਲੈਣ ਆਉਂਦੇ, ਅਤੇ ਉਹ ਫਿਰ ਆ ਕੇ ਉਹ ਪਰਵਾਨਾ ਸੁਣਾਉਂਦੇ ਪੜ੍ਹ ਕੇ, ਕਿਉਂਕਿ ਉਹ ਗੁਰਮੁਖ ਜਿਨ੍ਹਾਂ ਨੇ ਦੇਖਿਆ ਜਗ ਬੀਤੀ, ਵੀ ਜਿਨ੍ਹਾਂ ਦਾ ਮਨ ਜਾਗਿਆ। ਜਦੋਂ ਜਾਗਦਾ ਮਨ, ਉਦੋਂ ਕਹਿੰਦੇ ਇਹਦੀ ਦਿਵ ਦ੍ਰਿਸ਼ਟੀ ਹੋ ਗਈ। ਦਿਵ ਦ੍ਰਿਸ਼ਟੀ ਜਦੋਂ ਆਪਣੀ ਹੁੰਦੀ, ਉਦੋਂ ਫਿਰ ਆਪਾਂ ਨੂੰ ਆਹ ਸਾਰਾ ਖਾਲੀ ਖਲਾ ਦੇ ਵਿੱਚ ਨਜ਼ਰ ਆਉਂਦਾ। ਜਿਵੇਂ ਸੂਖਮਕਾਰ ਹੁੰਦੇ, ਭੂਤ ਪ੍ਰੇਤ ਇਹ ਵੀ ਸੂਖਮ ਹੁੰਦੇ ਆ, ਦੇਵੀ ਦੇਵਤੇ ਇਹ ਵੀ ਸੂਖਮ ਹੁੰਦੇ ਨੇ। ਪੇਰੇ ਧਰਮ ਰਾਏ, ਚਿਤਰਗੁਪਤ, ਜਮ, ਇਹ ਸਾਰੇ ਸੂਖਮ ਹੀ ਨੇ। ਜਦੋਂ ਮਨ ਜਾਗੇਗਾ ਫਿਰ ਇਹਦਾ ਵਾਹ ਸੂਖਮਾਂ ਨਾਲ ਹੀ ਪੈਂਦਾ। ਜਦੋਂ ਹੁਣ ਆਪਾਂ ਜਾਗਾਂਗੇ ਨਾ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਅਸੀਂ ਇਹ ਸਰੀਰ ਨਹੀਂ ਹੈ, ਸਾਡਾ ਮਨ ਇਹ ਸਰੀਰ ਤੋਂ ਵੱਖਰਾ ਹੈ, ਆਪਾਂ ਸੂਖਮ ਹਾਂ। ਅਤੇ ਫਿਰ ਇਹ ਸੂਖਮ ਹੀ ਇਹ ਖਾਲੀ ਖਲਾ 'ਚ ਚੱਲਦਾ, ਅਤੇ ਫਿਰ ਅੱਗੇ ਸੂਖਮਾਂ ਦੇ ਨਾਲ ਹੀ ਵਾਹ ਪੈਂਦਾ। ਫਿਰ ਇਸ ਵਾਸਤੇ ਫਿਰ ਜਿਹੜੇ ਗੁਰਮੁਖ ਜਾਗੇ, ਜਾ ਕੇ ਉਹਨਾਂ ਨੇ ਫਿਰ ਸਾਰਾ ਜੋ ਜੋ ਹੁੰਦਾ ਉਹ ਅੱਗੇ ਆਪਾਂ ਨੂੰ ਦੱਸਿਆ। ਬਈ ਜਦੋਂ ਮਨਮੁਖ ਨੂੰ ਲੈਣ ਆਉਂਦੇ, ਜਾਂ ਮਨਮੁਖ ਤਾਂ ਸੁੱਤਾ ਹੁੰਦਾ, ਇੱਧਰ ਸੁਪਨਾ ਦੇਖ ਰਿਹਾ ਹੁੰਦਾ, ਉਹ ਆ ਕੇ ਜਦੋਂ ਪਰਵਾਨਾ ਪੜ੍ਹ ਕੇ ਸੁਣਾਉਂਦੇ, ਅਤੇ ਉਹ ਗੌਰ ਹੀ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ।
ਫਿਰ ਉਹ ਜਦੋਂ ਦੇਖਦੇ ਫਿਰ ਉਹ ਕਹਿੰਦੇ ਵੀ ਇਹ ਸੁੱਤਾ ਪਿਆ। ਫਿਰ ਉਹ ਕਹਿੰਦੇ ਵੀ ਇਹਦੇ ਡੰਡਾ ਮਾਰੋ, ਇਹਨੂੰ ਜਗਾਓ ਸੁੱਤੇ ਨੂੰ। ਫਿਰ ਉਹ ਸਿਰ ਦੇ ਵਿੱਚ ਜਦੋਂ ਡੰਡਾ ਮਾਰਦੇ ਜ਼ੋਰ ਦੀ, ਫਿਰ ਇਹ ਮਾਨੇ ਜਿਹੜਾ ਇਹ ਸੁੱਤਾ ਹੋਇਆ ਜਾਗਤ। ਮਾਰੇ ਕਹਿੰਦੇ ਜਮ ਕੋ ਡੰਡ ਪੜਿਓ ਸਿਰ ਉੱਪਰ, ਤਬ ਸੋਭਤ ਜਾਗਿਓ। ਉਦੋਂ ਜਾਗਦਾ ਤੇ ਉਦੋਂ ਫਿਰ ਇੱਕਦਮ ਜਾਗ ਕੇ ਪੁੱਛਦਾ ਵੀ ਮੈਂ ਕਿੱਥੇ ਹਾਂ, ਕਿਉਂਕਿ ਉਹ ਸੁਪਨਾ ਦੇਖ ਰਿਹਾ ਹੁੰਦਾ। ਫਿਰ ਉਹ ਜਮ ਦੱਸਦੇ ਵੀ ਹੁਣ ਤੂੰ ਸਾਡੇ ਕੋਲ, ਤੇਰਾ ਸਮਾਂ ਸੀ ਜਿਹੜਾ ਉਹ ਖਤਮ ਹੋ ਗਿਆ। ਜਿਹਨੂੰ ਮਾਰੇ ਕਹਿੰਦੇ ਕਹਾਂ ਹੋਤ ਅਬ ਕਹਿ ਪਛਤਾਏ, ਛੂਟਤ ਨਾਹੀਂ ਭਾਗਿਓ। ਵੀ ਉਦੋਂ ਜਦੋਂ ਪੁੱਛਦਾ ਵੀ ਮੈਂ ਕਿੱਥੇ ਹਾਂ, ਤੇ ਜਮ ਕਹਿੰਦੇ ਹੁਣ ਸਾਡੇ ਕੋਲ। ਉਹ ਫਿਰ ਜਮਾਂ ਦੇ ਕੋਲ ਖੜਾ ਹੋਇਆ, ਇਹਦੇ ਸਰੀਰ ਨੂੰ ਦੇਖਦਾ, ਜਿਹੜਾ ਇਹ ਸਰੀਰ ਜਿਹਨੂੰ ਆਪਦਾ ਸਮਝਦਾ, ਇਹ ਸਰੀਰ ਅਲੱਗ ਪਿਆ ਅਤੇ ਇਹ ਸਰੀਰ ਦੇ ਵਿੱਚੋਂ ਉਹਨੂੰ ਕੱਢ ਲਿਆ, ਉਹਨੂੰ ਅਲੱਗ ਕਰ ਲਿਆ। ਜਦੋਂ ਅਲੱਗ ਕਰ ਲਿਆ ਉਦੋਂ ਹੀ ਇਹ ਜਾਮੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ। ਫਿਰ ਉਦੋਂ ਇਹ ਦੇਖਦਾ ਵੀ ਆਹ ਜਿਹੜਾ ਸਰੀਰ ਹੈ ਜਿਹਨੂੰ ਮੈਂ ਆਪਦਾ ਸਮਝਦਾ ਸੀ, ਉਦੋਂ ਪਤਾ ਲੱਗਦਾ ਵੀ ਤਾਂ ਕੱਪੜਾ ਸੀ, ਇਹ ਕੱਪੜਾ ਲਾਤਾ। ਉਦੋਂ ਇਹਨੂੰ ਪਤਾ ਲੱਗਦਾ ਵੀ ਮੈਂ ਤਾਂ ਇਸ ਸਰੀਰ ਤੋਂ ਵੱਖਰਾ ਹਾਂ। ਉਸ ਅਵਸਥਾ 'ਚ ਸਤਿਗੁਰੂ ਕਹਿੰਦੇ ਵੀ ਹੁਣ ਇਹਦੇ 'ਤੇ ਪਈ ਮੁਸੀਬਤ, ਹੁਣ ਆਈ ਔਖੀ ਘੜੀ। ਉਦੋਂ ਫਿਰ ਆਵਾਜ਼ਾਂ ਮਾਰਦਾ ਹੈ। ਪਹਿਲਾਂ ਉਹ ਜਿਹੜੇ ਪਰਿਵਾਰ ਦੇ ਮੈਂਬਰ ਬੈਠੇ ਤਾਂ ਕੋਲ ਹੀ ਹੁੰਦੇ, ਉਹਨਾਂ ਨੂੰ ਫਿਰ ਆਵਾਜ਼ਾਂ ਮਾਰਦਾ ਵੀ ਮੇਰੀ ਮਦਦ ਕਰੋ, ਮੈਨੂੰ ਛਡਾਓ ਇਹਨਾਂ ਜਮਾਂ ਤੋਂ। ਅਤੇ ਉਹ ਸੁਣਦੇ ਹੀ ਨਹੀਂ, ਕੋਲ ਬੈਠੇ ਹੀ ਨਹੀਂ ਸੁਣਦੇ। ਕਿਉਂਕਿ ਮਨ ਹੈ ਜਿਹੜਾ ਸਾਰਿਆਂ ਦੇ ਸੁੱਤੇ ਪਏ ਨੇ। ਉਹ ਜਿਹੜੇ ਸਰੀਰ ਨੂੰ ਜਾਣਦੇ ਸੀ ਉਹ ਸਰੀਰ ਕੋਲ ਹੀ ਪਿਆ ਉਹਨਾਂ ਦੇ, ਉਹਦੇ ਕੋਲੇ ਬੈਠੇ ਰੋਈ ਤਾਂ ਜਾਂਦੇ, ਪਰ ਉਹ ਜਿਹੜਾ ਅੰਦਰ ਇਹਦੇ ਵੱਸਦਾ ਸੀ, ਜਿਹੜਾ ਹੁਣ ਇਹ ਬੋਲਦਾ ਇਹਦੇ ਵਿੱਚ ਸਰੀਰ ਦੇ, ਜਿਹੜਾ ਦੇਖਦਾ, ਜਿਹੜਾ ਸੁਣਦਾ, ਜਿਹੜਾ ਇਹਨੂੰ ਲੈ ਕੇ ਚੱਲਦਾ, ਉਹਨੂੰ ਇਹਦੇ ਵਿੱਚੋਂ ਕੱਢ ਲਿਆ। ਅਤੇ ਫਿਰ ਇਹ ਸਰੀਰ ਚੱਲ ਫਿਰ ਨਹੀਂ ਸਕਦਾ, ਇਹ ਬੋਲਦਾ ਨਹੀਂ, ਪੁਤਲਾ। ਅਤੇ ਉਦੋਂ ਫਿਰ ਇਹਨੂੰ ਪਤਾ ਲੱਗਦਾ ਵੀ ਹੁਣ ਮੁਸੀਬਤ ਪਈ ਹੈ, ਹੁਣ ਆਈ ਔਖੀ ਘੜੀ। ਅਤੇ ਉਦੋਂ ਜਮਾਂ ਨੂੰ ਬੇਨਤੀਆਂ ਕਰਦਾ ਵੀ ਮੈਨੂੰ ਮਾਫ ਕਰ ਦਿਓ। ਅੱਗੇ ਭਵ ਸਾਗਰ ਨਜ਼ਰ ਆਉਂਦਾ, ਉਹ ਫਿਰ ਜਿੱਥੇ ਹਾਹਾਕਾਰ ਮੱਚੀ ਕਲਾਟਾਂ ਪੈਂਦੀਆਂ, ਮਨਮੁਖਾਂ ਨੂੰ ਅਗਨ ਦੇ ਵਿੱਚ ਸਾੜਿਆ ਜਾ ਰਿਹਾ, ਪਾਣੀ 'ਚ ਉਬਾਲਿਆ ਜਾ ਰਿਹਾ। ਇੰਨੀਆਂ ਚੀਕਾਂ, ਇੰਨੀ ਕੂਕ ਪੁਕਾਰ ਉੱਥੇ ਲੱਗੀ ਹੈ, ਕੋਈ ਸੁਣਨ ਵਾਲਾ ਨਹੀਂ, ਕੋਈ ਛਡਾਉਣ ਵਾਲਾ ਨਹੀਂ ਉੱਥੇ। ਹੁਣ ਉੱਥੇ ਕਿਨਾਰੇ ਦੇ ਉੱਤੇ ਖੜ੍ਹਾ ਹੋਇਆ, ਉਸੇ ਫਿਰ ਬੇਨਤੀਆਂ ਕਰਦਾ, ਜੋਦੜੀਆਂ ਕਰਦਾ ਵੀ ਮੈਨੂੰ ਇੱਥੋਂ ਦੀ ਨਾ ਲੰਘਾਓ, ਮੈਨੂੰ ਕਿਸੇ ਹੋਰ ਰਸਤੇ ਥਾਈਂ ਲੈ ਚੱਲੋ। ਅਤੇ ਉਹ ਕਹਿੰਦੇ ਵੀ ਦੋ ਹੀ ਰਾਹ ਸੀ, ਇੱਕ ਲਿਵਦਾ ਨਾਮ ਦਾ ਰਸਤਾ, ਅਤੇ ਨਾਮ ਤੋਂ ਤੂੰ ਸਾਰੀ ਉਮਰ ਆਕੀ ਰਿਹਾ, ਸੁੱਤਾ ਰਿਹਾ, ਨਾਮ ਦਾ ਤੂੰ ਭੇਤ ਨਹੀਂ ਲਿਆ। ਹੁਣ ਉਹ ਨਾਮ ਹੀ ਬੇੜਾ ਸੀ, ਜਹਾਜ਼, ਜਿਹਦੇ 'ਤੇ ਤੂੰ ਸਵਾਰ ਹੋ ਕੇ ਇਹ ਭਵ ਸਾਗਰ ਦੇ ਉੱਤੋਂ ਦੀ ਲੰਘਣਾ ਸੀ, ਇਹਨੂੰ ਪਾਰ ਕਰਨਾ ਸੀ। ਹੁਣ ਉਹ ਬੇੜੇ ਦਾ ਤੂੰ ਆਸਰਾ ਨਹੀਂ ਲਿਆ, ਉਹ ਬੇੜੇ ਦਾ ਤੈਨੂੰ ਭੇਤ ਨਹੀਂ ਆਇਆ, ਤੂੰ ਨਾਮ ਦੇ ਨਾਲ ਜੁੜਿਆ ਕੋਈ ਨਹੀਂ। ਅਤੇ ਫਿਰ ਇਹ ਮਾਨਵਕ ਕਹਿੰਦਾ ਮੈਂ ਪੁੰਨ-ਦਾਨ ਬੜੇ ਕਰਦਾ ਰਿਹਾ ਸੰਸਾਰ ਦੇ ਵਿੱਚ, ਮੈਂ ਬਹੁਤ ਦਾਨ ਕੀਤੇ, ਮੈਂ ਬਹੁਤ ਪੁੰਨ ਕੀਤੇ। ਉਹਨਾਂ ਪੁੰਨ ਦਾਨ ਦਾ ਜਿਹੜਾ ਫਲ ਹੈ ਉਹ ਸਾਰਾ ਫਲ ਤੁਸੀਂ ਲੈ ਲਓ। ਜਮਾਂ ਨੂੰ ਕਹਿੰਦਾ ਪਰ ਮੈਨੂੰ ਇੱਥੋਂ ਦੀ ਨਾ ਲੰਘਾਓ। ਉਹ ਕਹਿੰਦੇ ਇੱਥੇ ਪੁੰਨ ਦਾਨ ਨਹੀਂ ਕੰਮ ਆਉਂਦੇ, ਜਿਹੜੇ ਤੂੰ ਪੁੰਨ ਦਾਨ ਕਰਦਾ ਰਿਹਾ ਉਹ ਅੱਗੇ ਜਾ ਕੇ ਧਰਮ ਰਾਏ ਨੂੰ ਦੱਸੀ। ਇੱਥੇ ਤਾਂ ਸਿਰਫ ਨਾਮ ਹੀ ਕੰਮ ਆਉਂਦਾ ਹੈ, ਨਾਮ ਤੋਂ ਬਿਨਾਂ ਹੋਰ ਕੁਛ ਨਹੀਂ ਕੰਮ ਆਉਂਦਾ। ਮਹਾਰਾਜ ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੋ ਜਾਈ। ਉਹਨਾਂ ਨੂੰ ਧਰਮ ਰਾਏ ਨੂੰ ਜਾ ਕੇ ਲੇਖਾ ਦੇਣਾ ਹੀ ਪੈਂਦਾ। ਫਿਰ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਪਰਿਵਾਰ ਦੇ ਮੈਂਬਰ ਜਿਹੜੇ ਉਹ ਮੇਰੀ ਮਦਦ ਕਰਨਗੇ, ਕਿਉਂਕਿ ਜਦੋਂ ਜੀਵ ਦੇਹ ਛੱਡਦਾ ਹੈ ਨਾ, ਆਪਾਂ ਕਹਿੰਦੇ ਮਰ ਗਿਆ ਜੀ, ਸਭ ਤੋਂ ਬਾਅਦ 'ਚੋਂ ਜੋਤ ਜਿਹੜੀ ਉਹ ਸਾਡੀਆਂ ਅੱਖਾਂ 'ਚੋਂ ਜਾਂਦੀ। ਕੁਝ ਘੰਟੇ
ਇਹਨਾਂ ਅੱਖਾਂ 'ਚ ਜੋਤ ਰਹਿੰਦੀ ਮਰਨ ਤੋਂ ਬਾਅਦ ਵੀ। ਤਾਈਓ ਇਹ ਅੱਖਾਂ ਕੰਮ ਆ ਜਾਂਦੀਆਂ ਵੀ ਜਿੰਨਾ ਸਮਾਂ ਉਹ ਜੋਤ ਹੁੰਦੀ ਓਨਾ ਸਮਾਂ ਕਹਿੰਦੇ ਵੀ ਇਹਨਾਂ ਤੋਂ ਕੰਮ ਲੈ ਲਓ, ਹੋਰ ਕਿਸੇ ਦੇ ਪੈ ਸਕਦੀਆਂ, ਕਿਉਂਕਿ ਹਜੇ ਜੋਤ ਆ। ਜਦੋਂ ਜੋਤ ਨਿਕਲ ਗਈ ਫਿਰ ਇਹ ਕੰਮ ਨਹੀਂ ਆਉਂਦੀ। ਹੁਣ ਉਹ ਜੋਤ ਇਸ ਕਰਕੇ ਰੱਖੀ ਜਾਂਦੀ ਇਹਨਾਂ ਨੇਤਰਾਂ ਦੇ ਵਿੱਚ ਵੀ ਇਹਦਾ ਹਜੇ ਸੰਪਰਕ ਰੱਖਿਆ ਹੋਇਆ ਇੱਧਰ, ਇਹਨੂੰ ਦਿਖਾਉਂਦੇ ਨੇ ਸ਼ੀਨ ਨਾਲ ਬਈ ਜਿਹਨੇ ਪਰਿਵਾਰ ਦੀ ਖਾਤਰ ਤੂੰ ਸਾਰੀ ਉਮਰ ਕੰਮ ਕਰਦਾ ਰਿਹਾ, ਜਿਹਨੂੰ ਕਹਿੰਦਾ ਸੀ ਵੀ ਮੇਰਾ ਹੈ, ਹੁਣ ਇਹਨਾਂ ਦੇ ਵਿੱਚੋਂ ਦੇਖ ਤੇਰਾ ਸਾਥ ਕੌਣ ਦਿੰਦਾ। ਹੁਣ ਉਹ ਅੱਖਾਂ 'ਚ ਜੋਤ ਹੋਣ ਕਰਕੇ ਉਹ ਜਮਾਂ ਨੂੰ ਬੇਨਤੀ ਕਰਦਾ ਵੀ ਮੈਨੂੰ ਮੇਰੇ ਪਰਿਵਾਰ ਨੂੰ ਬੇਨਤੀ ਕਰ ਲੈਣ ਤੋਂ, ਇਹ ਮੇਰੀ ਮਦਦ ਕਰ ਦੇਣਗੇ ਕੋਈ। ਅਤੇ ਉਹ ਕਹਿੰਦੇ ਵੀ ਇਹ ਕਰ ਲਾ ਚੱਲ ਤੂੰ। ਹੁਣ ਉਹ ਪਰਿਵਾਰ ਦੇ ਮੈਂਬਰ ਇਸ ਸਰੀਰ ਦੇ ਕੋਲ ਬੈਠੇ ਨੇ, ਚਾਹੇ ਉਹ ਮਾਂ ਹੈ, ਚਾਹੇ ਪਿਓ ਹੈ, ਚਾਹੇ ਪੁੱਤਰ ਧੀਆਂ ਨੇ, ਚਾਹੇ ਔਰਤ ਮਰਦ ਕੋਈ ਵੀ ਹੈ, ਚਾਹੇ ਰਿਸ਼ਤੇਦਾਰ ਨੇ, ਉਹ ਬੈਠੇ ਚਾਰ ਚੁਫੇਰੇ ਸੋ ਕਰਦੇ। ਹੁਣ ਉਹਨਾਂ ਨੂੰ ਖੜ ਕੇ ਕੋਲ ਬੇਨਤੀ ਕਰਦਾ। ਇਹ ਆਪਾਂ ਨੂੰ ਉਹ ਗੁਰਮੁਖ ਦੱਸ ਰਹੇ ਜਿਨ੍ਹਾਂ ਨੇ ਅੱਖੀਂ ਦੇਖਿਆ। ਇਹ ਕੋਈ ਉੱਦਾਂ ਨਹੀਂ ਵੀ ਇੱਕ ਤਾਂ ਹੁੰਦਾ ਨਾ ਆਪਾਂ ਉੱਦਾਂ ਜੋੜ ਕੇ ਕਹਾਣੀਆਂ ਸੁਣਾਈ ਜਾਂਦੇ ਰਾਣੀਆਂ ਵੀ ਆਏ ਹੋਇਆ ਜੀ ਆਏ ਹੋਇਆ, ਹਾਲਾਂਕਿ ਉਹ ਦੇਖੀ ਨਹੀਂ। ਇਹ ਗੁਰਬਾਣੀ 'ਚ ਫਰਮਾਨ ਨੇ ਤੇ ਵੀ ਜਿਨ੍ਹਾਂ ਨੇ ਦੇਖਿਆ ਉਹ ਆਪਾਂ ਨੂੰ ਦੱਸ ਰਹੇ ਇਹ ਕਹਾਣੀ ਜੱਗ ਬੀਤੀ ਵੀ ਜਿਹੜੀ ਦੇਖੀ ਅੱਖਾਂ ਦੁਆਰਾ ਉਹ ਦੱਸੀ ਹੈ। ਹੁਣ ਜਦੋਂ ਜਮਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਮੈਨੂੰ ਬੇਨਤੀ ਕਰ ਲੈਣ ਦਿਓ, ਕਹਿੰਦੇ ਵੀ ਕਰ ਲਾ। ਹੁਣ ਉਹ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਬਈ ਦੇਖੋ ਮੈਂ ਸਾਰੀ ਉਮਰ ਤੁਹਾਡੀ ਖਾਤਰ ਕਰਮ ਕਰਦਾ ਰਿਹਾ, ਨਾ ਮੈਂ ਦਿਨ ਦੇਖਿਆ ਨਾ ਮੈਂ ਰਾਤ ਦੇਖੀ, ਲੱਗਾ ਹੀ ਰਿਹਾ ਤੁਹਾਡੀ ਖਾਤਰ ਵੀ ਵੱਧ ਤੋਂ ਵੱਧ ਤੁਹਾਡੀ ਖਾਤਰ ਇਕੱਠਾ ਕਰ ਲਾਂ, ਤੁਹਾਨੂੰ ਆਹ ਬਣਾ ਦਿਆਂ, ਤੁਹਾਨੂੰ ਉਹ ਬਣਾ ਦਿਆਂ। ਹੁਣ ਅੱਜ ਮੇਰੇ 'ਤੇ ਔਖੀ ਘੜੀ ਆਈ, ਮੇਰੇ 'ਤੇ ਮੁਸੀਬਤ ਪਈ, ਮੇਰੀ ਮਦਦ ਕਰੋ, ਮੈਨੂੰ ਇਹਨਾਂ ਜਮਾਂ ਤੋਂ ਛਡਾ ਲਓ। ਹੁਣ ਉਹ ਜਿਹੜੇ ਪਰਿਵਾਰ ਦੇ ਮੈਂਬਰ ਉਹ ਕੋਈ ਉਹਦੀ ਆਵਾਜ਼ ਹੀ ਨਹੀਂ ਸੁਣਦਾ, ਕੋਈ ਉਹਦੇ ਵੱਲ ਦੇਖਦਾ ਹੀ ਨਹੀਂ, ਕਿਉਂਕਿ ਉਹ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦਾ, ਦਿਸਦਾ ਹੀ ਨਹੀਂ ਕਿਸੇ ਨੂੰ। ਜੇ ਤਾਂ ਕੋਈ ਮਨ ਜਾਗਦਾ ਹੋਵੇ, ਕੋਈ ਗੁਰਮੁਖ ਬੈਠਾ ਹੋਵੇ ਉਹਨਾਂ ਦੇ ਵਿੱਚ, ਫਿਰ ਤਾਂ ਉਹ ਗੁਰਮੁਖ ਨੂੰ ਤਾਂ ਦਿਸੇ, ਅਤੇ ਕੋਈ ਗੁਰਮੁਖ ਤਾਂ ਉਹਦੀ ਆਵਾਜ਼ ਵੀ ਸੁਣ ਲਵੇ। ਅਤੇ ਗੁਰਮੁਖਾਂ ਨੂੰ ਤਾਂ ਇੰਨੀ ਵਡਿਆਈ ਦਿੱਤੀ ਮਾਲਕ ਨੇ, ਜੇ ਕਿਤੇ ਉੱਥੇ ਗੁਰਮੁਖ ਬੈਠੇ ਹੋਣ ਤਾਂ ਜੰਮ ਹੀ ਨਹੀਂ ਨੇੜੇ ਆਉਂਦੇ, ਜੰਮ ਛੱਡ ਕੇ ਭੱਜ ਜਾਂਦੇ ਉਹਨੂੰ। ਤਾਂ ਕਰਕੇ ਮਾਲਕ ਨੇ ਗੁਰਮੁਖਾਂ ਨੂੰ ਇੰਨੀ ਵਡਿਆਈ ਦਿੱਤੀ ਆ ਵੀ ਜਿਹੜੇ ਜਾਗੇ ਨੇ, ਜਿਹੜੇ ਨਾਮ ਦੇ ਨਾਲ ਜੁੜੇ ਨੇ, ਚਾਹੇ ਜੀਵ ਸਾਰੀ ਉਮਰ ਪਾਪ ਕਰਦਾ ਰਿਹਾ, ਕਿੱਡਾ ਵੱਡਾ ਵੀ ਪਾਪੀ ਹੈ, ਇੱਕ ਵਾਰ ਵੀ ਉਹਨੇ ਵਾਹਿਗੁਰੂ ਨਹੀਂ ਆਖਿਆ ਜ਼ਿੰਦਗੀ 'ਚ, ਜੇ ਕਿਤੇ ਉਸ ਸਮੇਂ ਜਦੋਂ ਦੇਹ ਛੱਡਦਾ ਮੌਕੇ 'ਤੇ ਗੁਰਮੁਖ ਚਲੇ ਜਾਣ ਕਿਤੇ ਉਹਦੇ ਕੋਲ, ਉਹ ਜੰਮ ਨੇ ਜਿਹੜੇ ਉਹਨੂੰ ਛੱਡ ਕੇ ਭੱਜ ਜਾਂਦੇ, ਉਹ ਮੁਕਤ ਹੋ ਜਾਂਦਾ, ਗੁਰਮੁਖ ਉਹਨੂੰ ਵੀ ਮੁਕਤ ਕਰਾ ਦਿੰਦੇ, ਉਹ ਜਮਾਂ ਦੇ ਮਾਰਗ 'ਤੇ ਨਹੀਂ ਜਾਂਦਾ। ਫਿਰ ਇਸ ਲਈ ਮਾਲਕ ਨੇ ਆਪਦੇ ਪਿਆਰਿਆਂ ਨੂੰ ਇਹ ਵਡਿਆਈ ਦਿੱਤੀ ਗੁਰਮੁਖਾਂ ਨੂੰ। ਇਹਨੂੰ ਮਾਰੇ ਕਹਿੰਦੇ ਜੋ ਮਿਲਿਆ ਹਰ ਦੀਵਾਨ ਸਿਉ ਸਭਨੀ ਦੀਵਾਨੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਗਪੁਰੂ, ਉਸਕੇ ਮੂੰਹ ਡਿੱਠੇ ਸਾ ਪਾਪੀ ਤਰਿਆ, ਉਸ ਅੰਤਰ ਨਾਮ ਨਿਧਾਨ ਹੈ ਨਾਮੋਂ ਪਰਵਰਿਆ। ਵੀ ਜੇ ਉਹ ਗੁਰਮੁਖ ਮੌਕੇ 'ਤੇ ਕਿਤੇ ਪਹੁੰਚ ਜਾਣ ਅਤੇ ਉਹ ਜੰਮ ਸਾਨੂੰ ਛੱਡ ਕੇ ਭੱਜ ਜਾਂਦੇ, ਪਾਸੇ ਹਟ ਜਾਂਦੇ ਵੀ ਗੁਰਮੁਖ ਆ ਗਈ, ਕਿਉਂਕਿ ਉਹ ਗੁਰਮੁਖਾਂ ਦੇ ਅੰਦਰ ਨਾਮ ਪ੍ਰਗਟ ਹੈ ਅਤੇ ਨਾਮ ਤੋਂ ਦੂਰ ਭੱਜਦੇ ਨੇ ਜੰਮ, ਨਾਮ ਵਾਲਿਆਂ ਦੇ ਨੇੜੇ ਨਹੀਂ ਆਉਂਦੇ। ਇਸ ਵਾਸਤੇ ਹੁਣ ਉੱਥੇ ਕੋਈ ਗੁਰਮੁਖ ਹੈ ਨਹੀਂ, ਉਹ ਮਨਮੁਖੀ ਬੈਠੇ ਸਾਰੇ। ਜਦੋਂ ਮਨਮੁਖ ਬੈਠੇ ਉਹਨਾਂ ਨੂੰ ਬੇਨਤੀ ਕਰਦਾ ਵੀ ਮੇਰੀ ਮਦਦ ਕਰੋ, ਉਹ ਕੀ ਸੁਣਦਾ ਨਹੀਂ ਉਹਨਾਂ 'ਚ, ਉਹ ਸਾਰੇ ਸੁੱਤੇ ਪਏ ਨੇ। ਜਦੋਂ ਕੋਈ ਨਹੀਂ ਸੁਣਦਾ ਫਿਰ ਇੱਥੇ ਮਨ ਪਛਤਾਉਂਦਾ, ਅਤੇ ਫਿਰ ਪਛਤਾਵੇ 'ਚ ਕਹਿੰਦਾ ਵੀ ਮੈਂ ਪਰਮਾਤਮਾ ਦਾ ਸਿਮਰਨ ਛੱਡ ਕੇ, ਮਾਲਕ ਦਾ ਸਿਮਰਨ ਛੱਡ ਕੇ ਬਈ ਇਹ ਕੁਟੁੰਬ ਨੂੰ ਹੀ ਪਾਲਦਾ ਰਿਹਾ, ਸਾਰੀ ਉਮਰ ਆਪਦੀ ਕੁਟੁੰਬ ਦੀ ਖਾਤਰ ਹੀ ਸੋਚਦਾ ਰਿਹਾ, ਅਤੇ ਇਸ ਕੁਟੁੰਬ ਨੇ ਮੇਰਾ ਅੱਗੇ ਸਾਥ ਨਾ ਦਿੱਤਾ। ਮਹਾਰਾਜ ਕਹਿੰਦੇ ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੁੰਬ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਦ।
ਵੀ ਸਾਰੀ ਉਮਰ ਇਹਨਾਂ ਦੀ ਖਾਤਰ ਧੰਦਾ ਕਰਦਾ ਰਿਹਾ ਤੇ ਇਹਨਾਂ ਦੇ ਵਿੱਚੋਂ ਕਿਸੇ ਨੇ ਸਾਥ ਹੀ ਨਾ ਦਿੱਤਾ, ਕੋਈ ਨਾਲ ਹੀ ਨਾ ਚੱਲਿਆ। ਫਿਰ ਜਮਾਂ ਨੂੰ ਕਹਿੰਦਾ ਵੀ ਆਹ ਮੇਰੇ ਦੋਸਤ ਮਿੱਤਰ ਨੇ, ਵੀ ਇਹ ਮੇਰੀ ਮਦਦ ਕਰਨਗੇ, ਮੈਨੂੰ ਇਹਨਾਂ ਨੂੰ ਵੀ ਬੇਨਤੀ ਕਰ ਲੈਣ ਦਿਓ, ਕਿਉਂਕਿ ਇਸ ਸੰਸਾਰ 'ਚ ਇਹਨੇ ਬੜੇ ਦੋਸਤ ਮਿੱਤਰ ਬਣਾਏ ਹੁੰਦੇ, ਜਿਨ੍ਹਾਂ ਨੂੰ ਕਹਿੰਦਾ ਇਹ ਮੇਰੇ ਯਾਰ ਨੇ ਜੀ, ਇਹ ਮੇਰੇ ਮਿੱਤਰ ਨੇ ਜੀ, ਇਹ ਤਾਂ ਮੇਰੇ ਤੋਂ ਜਾਨ ਵਾਰਦੇ, ਜਾਂ ਮੈਂ ਇਹਨਾਂ ਤੋਂ ਜਾਨ ਵਾਰਦਾ ਜੀ, ਮੈਂ ਤਾਂ ਇਹਨਾਂ ਬਿਨਾਂ ਰਹਿ ਨਹੀਂ ਸਕਦਾ। ਉਹ ਸਭ ਝੂਠੇ। ਜਦੋਂ ਉਹ ਬੈਠੇ ਹੁੰਦੇ ਤੇ ਜਮਾਂ ਨੂੰ ਕਹਿੰਦਾ ਇਹਨਾਂ ਨੂੰ ਬੇਨਤੀ ਕਰ ਲੈਣ ਦਿਓ, ਕਹਿੰਦੇ ਇਹਨਾਂ ਨੂੰ ਵੀ ਕਰ ਲਓ, ਤੇ ਉਹਨਾਂ ਨੂੰ ਕਰਦਾ ਬਈ ਮੈਂ ਤੁਹਾਨੂੰ ਸਾਰੀ ਉਮਰ ਆਪਣੇ ਭਰਾ ਬਣਾਈ ਰੱਖੇ, ਅੱਜ ਮੇਰੇ ਤੇ ਹੁਣ ਮੁਸੀਬਤ ਪੈ ਗਈ, ਔਖੀ ਘੜੀ ਆ ਕੇ ਮੇਰੀ ਮਦਦ ਕਰੋ, ਮੈਨੂੰ ਇਹਨਾਂ ਜਮਾਂ ਤੋਂ ਛਡਾਓ। ਹੁਣ ਉਹ ਜਿਹੜੇ ਦੋਸਤ ਮਿੱਤਰ ਉਹ ਵੀ ਸਾਰੇ ਸੁੱਤੇ ਪਏ ਨੇ, ਉਹ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ, ਉਹ ਕੋਲ ਖੜਾ ਬੇਨਤੀਆਂ ਕਰਦਾ ਵੀ ਮੇਰੀ ਮਦਦ ਕਰੋ। ਉਹ ਐਸੇ ਦੋਸਤ ਮਿੱਤਰ ਨੇ, ਉਹ ਕੋਈ ਰਾਜਨੀਤੀ ਦੀਆਂ ਗੱਲਾਂ ਕਰੀ ਜਾਂਦਾ, ਕੋਈ ਖੇਤੀਬਾੜੀ ਦੀਆਂ ਗੱਲਾਂ ਕਰੀ ਜਾਂਦਾ, ਕੋਈ ਹੋਰ ਸੰਸਾਰ ਦੀਆਂ ਦੁਨਿਆਵੀ ਗੱਲਾਂ ਕਰੀ ਜਾਂਦੇ। ਉਹ ਕੋਲ ਖੜਾ ਉਹਨਾਂ ਦੇ ਬੇਨਤੀਆਂ ਕਰਦਾ, ਉਹਦੇ ਵੱਲ ਕੋਈ ਝਾਕਦਾ ਹੀ ਨਹੀਂ, ਕੋਈ ਉਹਦੀ ਗੱਲ ਹੀ ਨਹੀਂ ਸੁਣਦਾ, ਕਿਉਂਕਿ ਉਹ ਸਾਰੇ ਸੁੱਤੇ ਪਏ ਨੇ। ਜਦੋਂ ਫਿਰ ਇਹ ਅਵਸਥਾ ਦੇਖਦਾ ਤੇ ਫਿਰ ਉਦੋਂ ਕਹਿੰਦਾ ਹੈ ਬਈ ਮੈਂ ਜਿਨ੍ਹਾਂ ਦੀ ਖਾਤਰ ਆਪਦਾ ਦੀਨ ਗਵਾਇਆ, ਵੀ ਮਾਲਕ ਨੂੰ ਭੁੱਲਿਆ ਰਿਹਾ, ਪਰਮਾਤਮਾ ਨੂੰ ਉਹਦਾ ਸਿਮਰਨ ਨਹੀਂ ਕੀਤਾ, ਇਹ ਦੁਨੀਆ ਦੀ ਖਾਤਰ ਹੀ ਮੈਂ ਆਪਦਾ ਜਿਹੜਾ ਦੀਨ ਸੀ ਉਹ ਦੀਨ ਗਵਾ ਲਿਆ। ਤੇ ਇਹਦੇ ਵਿੱਚ ਫਿਰ ਇਹਨੂੰ ਪਤਾ ਲੱਗਦਾ ਵੀ ਦੋਸ਼ ਕਿਸੇ ਹੋਰ ਦਾ ਨਹੀਂ, ਵੀ ਦੋਸ਼ ਮੇਰਾ ਆਪਦਾ ਹੀ ਹੈ, ਵੀ ਮੈਂ ਆਪਦੇ ਹੱਥੀਂ ਆਪਦੇ ਪੈਰਾਂ 'ਤੇ ਕੁਹਾੜਾ ਮਾਰਿਆ, ਵੀ ਮੈਂ ਉਦੋਂ ਗੁਰੂ ਦੀ ਗੱਲ ਨਹੀਂ ਮੰਨੀ। ਇਹ ਮਾਰੇ ਕਹਿੰਦੇ ਇੱਥੇ ਫਿਰ ਪਛਤਾਵੇ 'ਚ ਕਹਿੰਦਾ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਆਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਸੇ ਮੈਂ ਗਾਫਲ ਹੋਇਆ ਰਿਹਾ ਤੇ ਆਪਦੇ ਹੱਥੀਂ ਪੈਰ ਕੁਹਾੜਾ ਮਾਰ ਲਿਆ ਆਪ ਹੀ। ਤੇ ਇਸ ਅਵਸਥਾ 'ਚ ਫਿਰ ਪਤਾ ਲੱਗਦਾ ਵੀ ਦੋਸ਼ ਤਾਂ ਕਿਸੇ ਹੋਰ ਦਾ ਨਹੀਂ, ਵੀ ਦੋਸ਼ ਤਾਂ ਮੇਰਾ ਆਪਦਾ ਹੀ ਹੈ, ਵੀ ਮੈਂ ਜੋ ਮੈਨੂੰ ਕਹਿ ਰਹੇ ਸੀ ਗੁਰੂ ਵੀ ਉਹ ਮੈਂ ਗੱਲ ਮੰਨੀ ਨਹੀਂ, ਨਾ ਮੈਂ ਸਿਮਰਨ ਕੀਤਾ, ਨਾ ਮੈਂ ਅੰਦਰੋਂ ਨਾਮ ਦੇ ਨਾਲ ਜੁੜਿਆ, ਨਾ ਮਾਲਕ ਦੇ ਸਨਮੁਖ ਹੋਇਆ। ਸੋ ਇਹ ਅਵਸਥਾ ਫਿਰ ਜਦੋਂ ਇੱਧਰੋਂ ਸਾਰੀਆਂ ਇਹਦੀਆਂ ਆਸਾਂ ਲੱਥ ਜਾਂਦੀਆਂ ਵੀ ਹੁਣ ਕੋਈ ਸਾਥ ਤਾਂ ਦਿੰਦਾ ਨਹੀਂ, ਫਿਰ ਜਾਮੇ ਨੂੰ ਅੱਗੇ ਤੋਰ ਲੈਂਦੇ ਵੀ ਚੱਲ ਹੁਣ। ਫਿਰ ਇਹਨੂੰ ਜਦੋਂ ਲੈ ਕੇ ਜਾਂਦੇ ਕੁੱਟਦੇ ਮਾਰਦੇ ਹੋਏ ਉਹ ਭਵ ਸਾਗਰ ਦੇ ਵਿੱਚ ਦੀ ਕੱਢਦੇ ਤੇ ਅੱਗੇ ਧਰਮਰਾਏ ਕੋਲ ਲੈ ਜਾਂਦੇ। ਭਵ ਸਾਗਰ ਤੋਂ ਪਾਰ ਲੰਘਾ ਕੇ ਅੱਗੇ ਧਰਮਰਾਏ ਦੀ ਕਚਹਿਰੀ, ਉਹ ਜਾਣ ਸਾਰੀ ਧਰਮਰਾਏ ਹਿਸਾਬ ਮੰਗਦਾ ਵੀ ਲਿਆਓ, ਜਿਹੜਾ ਤੁਹਾਨੂੰ ਸਵਾਸਾਂ ਦਾ ਧਨ ਦੇ ਕੇ ਭੇਜਿਆ ਸੀ ਕਿੱਥੇ ਕਿੱਥੇ ਖਰਚ ਕਰਕੇ ਹਿਸਾਬ ਦਿਓ। ਹੁਣ ਮਨਮੁਖ ਨੇ ਉਹਦਾ ਹਿਸਾਬ ਰੱਖਿਆ ਹੀ ਨਹੀਂ ਕਿਤੇ, ਉਹ ਸੰਸਾਰੀ ਹਿਸਾਬ ਤਾਂ ਬੜੇ ਰੱਖਦਾ ਰਿਹਾ, ਇੱਧਰ ਦੁਨਿਆਵੀ ਮਾਇਆ ਦੇ, ਵੀ ਇਹ ਤੋਂ ਇੰਨਾ ਧਨ ਲੈਣਾ, ਇਹਨੂੰ ਦੇਣਾ, ਇਹ ਤੋਂ ਇੰਨਾ ਲੈਣਾ। ਪਰ ਉਹਨੇ ਇਹ ਕਦੇ ਸੋਚਿਆ ਹੀ ਨਹੀਂ ਵੀ ਮੈਨੂੰ ਸਵਾਸ ਦੇ ਕੇ ਜਿਉਂਦਾ ਕੌਣ ਰੱਖ ਰਿਹਾ, ਵੀ ਮੈਂ ਇਹਨਾਂ ਸਵਾਸਾਂ ਦਾ ਵੀ ਲੇਖਾ ਦੇਣਾ ਜਾ ਕੇ ਵਾਪਸ। ਮਹਾਰਾਜ ਕਹਿੰਦੇ ਵੀ ਇੱਕ ਤਾਂ ਜਿਵੇਂ ਆਪਾਂ ਦੇਖਦੇ ਹਾਂ ਵੀ ਮੂਲ ਹੁੰਦਾ, ਮੂਲ ਦੇ ਉੱਤੇ ਵਿਆਜ ਪੈਂਦਾ। ਸਤਿਗੁਰੂ ਕਹਿੰਦੇ ਵੀ ਮਨਮੁਖ ਨੇ ਇੱਥੋਂ ਲਾਹਾ ਦਾ ਕੀ ਖੱਟਣਾ ਸੀ, ਜਿਹੜਾ ਉਹਨੂੰ ਸਵਾਸਾਂ ਦਾ ਮੂਲ ਰੂਪੀ ਧਨ ਦੇ ਕੇ ਭੇਜਿਆ ਸੀ, ਉਹ ਮੂਲ ਵੀ ਇੱਥੋਂ ਸਾਰਾ ਬਰਬਾਦ ਕਰਕੇ ਚਲਾ ਗਿਆ ਵਾਪਸ। ਤੇ ਮਹਾਰਾਜ ਕਹਿੰਦੇ ਮਨਮੁਖ ਮੂਲ ਗਵਾਏ ਕਿਆ ਲਿਖ ਲੈ ਜਾਏ, ਵੀ ਇਹਨੇ ਲਿਖਣਾ ਕੀ ਸੀ, ਇਹ ਤਾਂ ਜਿਹੜਾ ਮੂਲ ਧਨ ਦਿੱਤਾ ਸੀ ਇਹਨੂੰ ਉਹ ਵੀ ਸਾਰਾ ਵਿਅਰਥ ਹੀ ਖਰਚ ਕਰਕੇ ਚਲਾ ਗਿਆ। ਤੇ ਇਹਨੇ ਨਾਮ ਰਤਨ ਦਾ ਕੀ ਖੱਟਣਾ ਸੀ, ਲਾਹਾ ਦਾ ਕੀ ਲੈਣਾ ਸੀ, ਜਿਹੜਾ ਧਨ ਦਿੱਤਾ ਸੀ ਉਹ ਵੀ ਸਾਰਾ ਹੀ ਵਿਅਰਥ। ਜਦੋਂ ਇਹਦੇ ਕੋਲੋਂ ਕੋਈ ਲਿਖਤ ਨਹੀਂ ਨਿਕਲਦੀ, ਫਿਰ ਧਰਮਰਾਏ ਕਹਿੰਦਾ ਜਮਾਂ ਵੀ ਇਹਨੂੰ ਕੁੱਟੋ ਹੁਣ ਚੰਗੀ ਤਰ੍ਹਾਂ। ਫਿਰ ਉੱਥੇ ਇਹਦੇ ਕੁੱਟ ਪੈਂਦੀ। ਜਦੋਂ ਇਹਨੂੰ ਕੁੱਟਦੇ ਇੰਨੀ ਮਾਰ ਉੱਥੇ ਇਹਦੇ ਪੈਂਦੀ
ਤੇ ਇੰਨੀਆਂ ਚੀਕਾਂ ਮਾਰਦਾ ਇਹ, ਇੰਨੀਆਂ ਪੁਕਾਰਾਂ ਮਾਰਦਾ ਵੀ ਆਵਾਜ਼ਾਂ ਮਾਰਦਾ, ਕੋਈ ਇਹਦੀ ਉੱਥੇ ਪੁਕਾਰ ਸੁਣ ਕੇ ਇਹਦੀ ਮਦਦ 'ਤੇ ਨਹੀਂ ਪਹੁੰਚਦਾ। ਮਹਾਰਾਜ ਕਹਿੰਦੇ ਜਿੱਥੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ, ਉੱਥੇ ਹੱਥ ਨਾ ਉੱਪੜੇ ਕੂਕ ਨਾ ਸੁਣੀਏ ਪੁਕਾਰ। ਵੀ ਉੱਥੇ ਨਾ ਤਾਂ ਕਿਸੇ ਦਾ ਹੱਥ ਉੱਪੜਦਾ, ਨਾ ਇਹਦੀ ਕੋਈ ਕੂਕ ਪੁਕਾਰ ਸੁਣਦਾ, ਕਿਉਂਕਿ ਉੱਥੇ ਕੋਈ ਛਡਾਉਣ ਵਾਲਾ ਨਹੀਂ। ਜਿਨ੍ਹਾਂ ਦਾ ਆਸਰਾ ਸੀ ਇੱਧਰ, ਜਿਨ੍ਹਾਂ ਨੂੰ ਕਹਿੰਦਾ ਸੀ ਮੇਰੇ ਨੇ, ਉਹ ਸਾਰੇ ਆਸਰੇ ਝੂਠੇ ਨਿਕਲੇ, ਉਹ ਥੱਲੇ ਹੀ ਰਹਿ ਗਏ। ਅਤੇ ਆਪ ਜਦੋਂ ਉੱਧਰ ਗਿਆ ਤਾਂ ਉੱਥੇ ਉਹ ਪਹੁੰਚਦੇ ਕੋਈ ਨਹੀਂ। ਫਿਰ ਧਰਮਰਾਜ ਕਹਿੰਦਾ ਵੀ ਹੁਣ ਇਹਦਾ ਜਿਹੜਾ ਫੈਸਲਾ ਹੋਏਗਾ ਸੱਚੇ ਦਰਬਾਰ ਦੇ ਵਿੱਚ। ਮਨਮੁਖ ਨੇ ਇੱਥੇ ਜਿਹੜੀ ਨਿੰਦਿਆ ਕਰ ਕਰਕੇ ਦੂਸਰਿਆਂ ਦੇ ਔਗਣ ਫਰੋਲ ਫਰੋਲ ਕੇ ਉਹ ਭਾਰ ਚੁੱਕ ਕੇ ਉਹ ਧਰਮਰਾਜ ਕੋਲ ਸੁੱਟਿਆ ਹੁੰਦਾ ਉੱਥੇ ਦਰਗਾਹ ਦੇ ਵਿੱਚ। ਉਹ ਸਾਰੇ ਦੀਆਂ ਪੰਡਾਂ ਬੰਨ੍ਹ ਕੇ ਦੇ ਸਿਰ 'ਤੇ ਰੱਖ ਦਿੰਦੇ, ਇੱਕ ਤਾਂ ਆਪਦਾ ਵਜਨ, ਇੱਕ ਉੱਤੇ ਸਿਰ ਦੇ ਉੱਤੇ ਹੋਰ ਪੰਡਾਂ। ਫਿਰ ਇਹ ਮਨਮੁਖ ਦੇ ਉੱਤੇ ਸਿਰ ਦੇ ਵਜਨ ਰੱਖਿਆ ਹੋਇਆ ਅਤੇ ਪੈਰਾਂ ਦੇ ਵਿੱਚ ਹਉਮੈ ਦਾ ਕੰਡਾ ਚੁੱਭਦਾ, ਅਤੇ ਜਮ ਨੇ ਜਿਹੜੇ ਫਿਰ ਇਹ ਸਿਰ ਦੇ ਵਿੱਚ ਡੰਡੇ ਮਾਰਦੇ ਉੱਥੇ। ਇਹ ਵਾਸਤਾ ਮਹਾਰਾਜ ਰੋਜ਼ ਦੱਸਦੇ ਆਪਾਂ ਨੂੰ, ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਨੰਤਰ ਹਉਮੈ ਕੰਡਾ ਹੀ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਜਮਕਾਲ ਸਹੀ ਸਿਰ ਡੰਡਾ ਹੀ। ਉਧਰੋਂ ਸਿਰ 'ਚ ਡੰਡੇ ਮਾਰਦੇ ਅਤੇ ਪੈਰਾਂ 'ਚ ਕੰਡੇ ਚੁੱਭਦਾ ਹਉਮੈ ਦਾ। ਜਿਵੇਂ ਸੰਸਾਰ 'ਚ ਆਪਾਂ ਦੇਖੀਏ ਵੀ ਸਿਰ 'ਤੇ ਵਜਨ ਰੱਖਿਆ ਵੀ ਪੈਰੋਂ ਤਾਂ ਜੀਵ ਨੰਗਾ ਹੋਵੇ ਅਤੇ ਪੈਰਾਂ ਦੇ ਵਿੱਚ ਕੰਡੇ ਵੱਜਣ ਅਤੇ ਉੱਤੋਂ ਸਿਰ 'ਚ ਡੰਡੇ ਪੈਣ, ਕਿੰਨੀ ਤਕਲੀਫ ਹੋਵੇ। ਹੁਣ ਇਸ ਤਰ੍ਹਾਂ ਫਿਰ ਇਹਨੂੰ ਕੁੱਟਦੇ ਮਾਰਦੇ ਹੋਏ ਅੱਗੇ ਸੱਚੇ ਦਰਬਾਰ 'ਚ ਲੈ ਜਾਂਦੇ, ਜਿੱਥੇ ਸਾਡਾ ਅਖੀਰੀ ਫੈਸਲਾ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਨਾਨਕ ਬਦਰਾ ਮਾਲਕਾ ਭੀਤਰ ਧਰਿਆਣ, ਖੋਟੇ ਖਰੇ ਪਰਖੀਣ ਸਾਹਿਬ ਕੇ ਦੀਵਾਨ। ਉਸੇ ਖੋਟੇ ਅਤੇ ਖਰਿਆਂ ਦੀ ਪਰਖ ਹੁੰਦੀ ਹੈ। ਧਰਮਰਾਜ ਅਕਾਲ ਪੁਰਖ ਨੂੰ ਬੇਨਤੀ ਕਰਦਾ ਬਈ ਇਹ ਮਨ ਨੂੰ ਜਿਹੜਾ ਤੁਸੀਂ ਸਵਾਸਾਂ ਰੂਪੀ ਧਨ ਦੇ ਕੇ ਭੇਜਿਆ ਸੀ ਮਾਤ ਲੋਕ 'ਚ, ਇਹਨੇ ਉੱਥੇ ਰਹਿ ਕੇ ਸਾਰਾ ਧਨ ਇਹ ਖਰਚ ਕਰ ਲਿਆ, ਹੁਣ ਅੱਗੇ ਕੀ ਹੁਕਮ ਹੈ। ਅਤੇ ਅਕਾਲ ਪੁਰਖ ਧਰਮਰਾਜ ਨੂੰ ਬਿਠਾ ਦਿੰਦੇ ਬਈ ਇਹਦਾ ਸਵਾਸਾਂ ਦਾ ਹਿਸਾਬ ਕਰੋ। ਜਿਹੜੇ ਸਵਾਸ 'ਤੇ ਨਾਮ ਦੀ ਮੋਹਰ ਲੱਗੀ ਹੈ ਉਹ ਸਵਾਸ ਵੱਖਰਾ ਕਰ ਦਿਓ, ਜਿਹੜਾ ਇਹ ਸੰਸਾਰ 'ਚ ਮਾਇਆ ਦੇ ਵਿੱਚ ਖਰਚ ਕਰਦਾ ਰਿਹਾ ਤ੍ਰੈ ਗੁਣਾਂ 'ਚ, ਉਹ ਸਵਾਸ ਵੱਖਰੇ ਕਰ ਦਿਓ। ਇਸ 'ਤੇ ਫਿਰ ਧਰਮਰਾਜ ਸਵਾਸਾਂ ਦਾ ਹਿਸਾਬ ਕਰਦਾ। ਮਹਾਰਾਜ ਕਹਿੰਦੇ ਨਾਨਕ ਜੀਓ ਪਾਏ ਕੇ ਲਿਖ ਨਾਮੇ ਧਰਮ ਬਹਾਲਿਆ, ਉਥੇ ਸਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਵੀ ਉਥੇ ਧਰਮ ਰਾਏ ਫਿਰ ਚੁਣ ਚੁਣ ਕੇ ਉਹ ਸਵਾਸ ਵੱਖੋ ਵੱਖਰੇ ਕਰਨ ਲੱਗੇ। ਜਦੋਂ ਮਨਮੁਖ ਦਾ ਹਿਸਾਬ ਕਰਨ ਲੱਗੇ ਉਹਦੇ ਕੋਲ ਇੱਕ ਵੀ ਸਵਾਸ ਨਾ ਨਿਕਲਿਆ ਜਿਹਦੇ 'ਤੇ ਨਾਮ ਦੀ ਮੋਹਰ ਲੱਗੀ ਹੋਈ ਹੋਵੇ। ਅਤੇ ਮਾਲਕ ਧਰਮ ਰਾਏ ਤੋਂ ਪੁੱਛਦਾ ਵੀ ਇਹ ਸਾਰੀ ਉਮਰ ਉੱਥੇ ਕੀ ਕਰਦਾ ਰਿਹਾ। ਫਿਰ ਧਰਮ ਰਾਏ ਫਿਰ ਦੱਸਦਾ ਵੀ ਜੀ ਜਦੋਂ ਇਹ ਮਾਤ ਲੋਕ 'ਚ ਗਿਆ, ਇੱਕ ਵਾਰ ਇਹ 10ਵੇਂ ਦੀਵਾਰ ਨਿਜ ਮਹਿਲ 'ਚੋਂ ਬਾਹਰ ਨਿਕਲਿਆ, ਮੁੜ ਕੇ 10ਵੇਂ ਦੀਵਾਰ 'ਚ ਕਦੇ ਆਇਆ ਹੀ ਨਹੀਂ। ਸਾਰੀ ਉਮਰ ਉੱਥੇ 9 ਦਰਵਾਜ਼ਿਆਂ 'ਚ ਹੀ ਵਿਚਰਦਾ ਰਿਹਾ, ਚੋਰਾਂ ਦਾ ਸੰਗੀ ਬਣਿਆ ਰਿਹਾ, ਕਾਮ ਕ੍ਰੋਧ ਲੋਭ ਹੰਕਾਰ ਦਾ। ਜੇ 10ਵੇਂ ਦੀਵਾਰ 'ਚ ਆਉਂਦਾ ਉੱਥੇ ਨਾਮ ਸੀ ਅਤੇ ਨਾਮ ਦੀ ਮੋਹਰ ਲੱਗਣੀ ਸੀ ਸਵਾਸਾਂ 'ਤੇ। ਜਿਵੇਂ ਹੁਣ ਆਪਾਂ ਜਦੋਂ ਸਿਮਰਨ ਕਰਦੇ ਹਾਂ ਨਾ, ਸਿਮਰਨ ਕਰਕੇ ਆਪਾਂ 10ਵੇਂ ਦੀਵਾਰ 'ਚ ਜਾਂਦੇ ਹਾਂ, ਉਹ 10ਵੇਂ ਦੀਵਾਰ ਦੇ ਵਿੱਚ ਜੋ ਨਾਮ ਹੈ, ਜੋ ਮਾਲਕ ਦੀ ਆਵਾਜ਼, ਜਦੋਂ ਆਪਾਂ ਉਹਦੀ ਆਵਾਜ਼ ਨੂੰ ਸੁਣਦੇ ਹਾਂ, ਉਹ ਜਿਹੜੇ ਸਵਾਸ ਆਪਣੇ ਹੁੰਦੇ ਉਹਨਾਂ 'ਤੇ ਉਹ ਨਾਮ ਦੀ ਮੋਹਰ ਲੱਗੀ ਜਾਂਦੀ। ਅਤੇ ਮਹਾਰਾਜ ਦੱਸਦੇ ਵੀ ਮਨਮੁਖ ਜਦੋਂ ਇਹ ਸੰਸਾਰ ਦੇ ਵਿੱਚ ਗਿਆ, ਧਰਮ ਰਾਏ ਕਹਿੰਦਾ ਵੀ ਮੁੜ ਕੇ ਨਿਜ ਮਹਿਲ 'ਚ ਆਇਆ ਹੀ ਨਹੀਂ। ਜਿਹਦਾ ਇਹ ਨਿਜ ਮਹਿਲ 'ਚ ਆਉਂਦਾ ਅਤੇ ਨਾਮ ਨੂੰ ਸੁਣਦਾ, ਨਾਮ ਦੀ ਮੋਹਰ ਲੱਗਣੀ ਸੀ ਸਵਾਸ 'ਤੇ। ਅਤੇ ਕਹਿੰਦੇ ਵੀ ਜਦੋਂ ਇਹ ਗਿਆ ਉਦੋਂ ਵੀ ਦੁਖੀ ਹੋਇਆ, ਜਿੰਨਾ ਸਮਾਂ ਉੱਥੇ ਰਿਹਾ ਉੱਥੇ ਵੀ ਦੁਖੀ ਰਿਹਾ ਮਾਇਆ ਦੇ ਵਿੱਚ, ਅਤੇ ਹੁਣ ਮੁੜਦਾ ਹੋਇਆ ਵੀ ਦੁਖੀ ਹੁੰਦਾ ਹੀ ਹੈ, ਕੁੱਟ ਖਾਂਦਾ ਹੀ ਹੈ।
ਕੀ ਕਹਿੰਦੇ ਮਹਾਰਾਜ? ਕਹਿੰਦੇ ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਤੇ ਮਾਲਕ ਕਹਿੰਦੇ ਆ ਜਿਹੜੀਆਂ ਪੰਡਾਂ ਇਹਦੇ ਸਿਰ ਤੇ ਰੱਖੀ, ਇਹਨਾਂ 'ਚ ਕੀ, ਇਹਨਾਂ ਨੂੰ ਖੋਲ੍ਹੋ ਤਾਂ। ਤੇ ਜਦੋਂ ਉਹ ਖੋਲ੍ਹੀਆਂ ਉਹ ਵੀ ਸਾਰਾ ਦੁੱਖ ਹੀ ਦੁੱਖ, ਕਿਉਂਕਿ ਨਿੰਦਿਆ ਚੁਗਲੀ ਕੀਤੀ ਹੋਈ ਸੀ। ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਲਿਓ ਕੋਈ। ਫੇਰ ਮਹਾਰਾਜ ਕਹਿੰਦੇ ਵੀ ਇਹ ਪਾਪੀ ਨਾਮ ਤੋਂ ਹੀਣਾ ਹੈ, ਖੋਟਾ ਹੈ। ਖੋਟੇ ਨੂੰ ਗਰਭ ਦੇ ਵਿੱਚ, ਅਗਨ ਦੇ ਵਿੱਚ ਪੁੱਠਾ ਲਮਕਾ ਕੇ ਰੋਲ ਰੋਲ ਕੇ ਮਾਰਿਆ ਜਾਵੇ। ਸਜ਼ਾ ਸੁਣਾ ਦਿੰਦੇ, ਕਹਿੰਦੇ ਖੋਟੋ ਪੁੱਠੋ ਰਾਲੀਏ, ਬਿਨ ਨਾਮੇ ਪੱਤ ਜਾਏ। ਧਰਤੀ ਨੂੰ ਹੁਕਮ ਕਰ ਦਿੰਦੇ ਵੀ ਇਹ ਪਾਪੀ, ਇਹਨੂੰ ਧਰਤੀ ਨਹੀਂ ਚੱਲੇ, ਮਨਮੁਖ ਨੂੰ। ਅਸਮਾਨ ਨੂੰ ਹੁਕਮ ਕਰ ਦਿੰਦੇ ਵੀ ਮਨਮੁਖ ਹੈ, ਨਾਸਤਕ ਹੈ, ਇਹਨੂੰ ਅਸਮਾਨ ਵੀ ਨਹੀਂ ਚੱਲੇਗਾ। ਬਹੁਤ ਜਨਮ ਫਿਰ ਇਹ ਮਨਮੁਖ ਨੂੰ ਗਰਭ ਦੇ ਵਿੱਚ ਰੋਲ ਰੋਲ ਕੇ ਹੀ ਮਾਰਦੇ ਰਹਿੰਦੇ। ਇੱਕ 'ਚ ਪਾਇਆ ਉਹਦੇ 'ਚ ਹੀ ਮਾਰ ਕੇ, ਦੂਜੇ 'ਚ, ਫਿਰ ਤੀਜੇ 'ਚ। ਉਹਨੂੰ ਨਾ ਤਾਂ ਧਰਤੀ ਚੱਲਦੀ, ਧਰਤੀ 'ਤੇ ਵੀ ਨਹੀਂ ਉਹਦਾ ਜਨਮ ਹੁੰਦਾ, ਨਾ ਆਕਾਸ਼ ਦੇ ਵਿੱਚ ਹੁੰਦਾ। ਇਸ ਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਸਤਿਗੁਰ ਤੇ ਜੋ ਮੂੰਹ ਫੇਰੇ, ਸੇ ਭਰਮ ਦੇ ਨਾ ਟਿਕਨ, ਧਰਤ ਅਸਮਾਨ ਨਾ ਝੱਲਈ, ਵਿੱਚ ਵਿਸਟਾ ਪਾਈ ਬਚਨ। ਬਈ ਮਨਮੁਖ ਜੀਵ ਇੱਥੇ ਬੜਾ ਚੰਚਲ ਸੁਭਾਅ ਵਾਲਾ ਰਿਹਾ, ਚਤਰ ਬੁੱਧੀ ਵਾਲਾ ਰਿਹਾ। ਗੁਰਮੁਖ ਸਮਝਾਉਂਦੇ ਰਹੇ ਵੀ ਸਿਮਰਨ ਕਰ, ਸਤ ਸੰਗਤ ਕਰ, ਉਹ ਨਹੀਂ ਮੰਨਿਆ। ਤੇ ਅਖੀਰ ਨੂੰ ਉਹਦਾ ਫਿਰ ਫਲ ਉਹਨੂੰ ਕੀ ਮਿਲਦਾ? ਉਹਨੂੰ ਵੈਸਟਾ ਦਾ, ਗੰਦਗੀ ਦਾ ਕੀੜਾ ਬਣਾ ਦਿੰਦੇ। ਮਹਾਰਾਜ ਕਹਿੰਦੇ ਮਨ ਚੰਚਲ ਬਹੁਤ ਚੋਟਾਂ ਖਾਏ, ਇਥੋਂ ਛੁੜ ਕੇ ਅਠੌਰ ਨਾ ਪਾਏ। ਗਰਭ ਜੂਨ ਵੈਸਟਾ ਕਾ ਵਾਸ, ਤਦਗਰ ਮਨਮੁਖ ਕਰੇ ਨਿਵਾਸ। ਵੀ ਮਨਮੁਖ ਦਾ ਨਿਵਾਸ ਅਖੀਰ ਨੂੰ ਵੈਸਟਾ 'ਚ, ਗੰਦਗੀ ਦੇ ਵਿੱਚ ਕਰਾ ਦਿੱਤਾ। ਇਹ ਤਾਂ ਹੈ ਉਹ ਮਨਮੁਖ ਦੀ ਕਹਾਣੀ ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜਗ ਬੀਤੀ ਦੱਸੀ। ਜਿਵੇਂ ਆਮ ਜੀਵ ਕਹਿੰਦਾ ਵੀ ਅੱਗਾ ਕਿਹੜਾ ਕਿਸੇ ਨੇ ਦੇਖੀ ਹੈ ਜੀ, ਆ ਜਗ ਮਿੱਠਾ ਤੇ ਅਗਲਾ ਕਿਹਨੇ ਡਿੱਠ। ਹੁਣ ਕਹਿੰਦਾ ਤਾਂ ਉਹ ਵੀ ਠੀਕ ਹੀ, ਕਿਉਂਕਿ ਸੁੱਤਿਆਂ ਨੂੰ ਤਾਂ ਅੱਗਾ ਨਜ਼ਰ ਨਹੀਂ ਆਉਂਦਾ। ਜਾਂ ਤਾਂ ਜਾਗੇ ਤੇ ਫੇਰ ਹੀ ਅੱਗਾ ਦਿਸੇ ਵੀ ਅੱਗਾ ਹੈ ਕੀ ਹੈ। ਸੁੱਤਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਅੱਗਾ ਕੀ ਹੈ। ਸੁੱਤਿਆਂ ਨੂੰ ਨਾ ਤਾਂ ਪਿਛੋਕੜ ਪਤਾ ਹੈ ਵੀ ਇਸ ਤੋਂ ਪਹਿਲਾਂ ਅਸੀਂ ਆਏ ਕਿੱਥੋਂ ਆ, ਸਾਡਾ ਜਨਮ ਪਹਿਲਾਂ ਕਿੱਥੇ ਸੀ। ਅਤੇ ਨਾ ਸੁੱਤੇ ਨੂੰ ਇਹ ਪਤਾ ਵੀ ਮੈਂ ਅੱਗੇ ਜਾਣਾ ਕਿੱਥੇ। ਤਾਂ ਫਿਰ ਮਹਾਰਾਜ ਕਹਿੰਦੇ ਵੀ ਸੁੱਤੇ ਨਾ ਰਹੋ। ਜੇ ਸਾਡਾ ਮਨ ਜਾਗੇਗਾ, ਜਾ ਕੇ ਸਾਨੂੰ ਆਪਦਾ ਤਾਂ ਭੇਤ ਆ ਜੇ ਨਾ ਵੀ ਅਸੀਂ ਹੈ ਕੌਣ ਆ, ਕਿੱਥੋਂ ਆਏ ਹਾਂ, ਅਤੇ ਅੱਗੇ ਗਾਂ ਜਾਣਾ ਕਿੱਥੇ। ਇਹਨਾਂ ਦਾ ਸਾਨੂੰ ਆਪਣੇ ਆਪੇ ਦੀ ਤਾਂ ਸੋਝੀ ਹੋ ਜੇ, ਆਪਣੇ ਆਪੇ ਦਾ ਤਾਂ ਭੇਤ ਲੈ ਲਈਏ ਅਸੀਂ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਸੁੱਤੇ ਨਾ ਰਹੋ, ਜਾਗੋ ਮਨ ਨੂੰ ਕਹਿੰਦੇ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਵੀ ਮਾਲਕ ਦਾ ਸਾਡੇ ਅੰਦਰ ਬੋਲ ਰਿਹਾ ਸਾਰਿਆਂ ਦੇ, ਪਰ ਉਹ ਸੁਣਦਾ ਸਾਨੂੰ ਤਾਂ ਨਹੀਂ ਕਿਉਂਕਿ ਮਨ ਸਾਡਾ ਸੁੱਤਾ ਹੈ, ਸੁਪਨਾ ਦੇਖ ਰਿਹਾ। ਜੇ ਹੁਣ ਸਾਡਾ ਮਨ ਜਾਗੇ ਤੇ ਮਾਲਕ ਦੀ ਆਵਾਜ਼ ਨੂੰ ਸੁਣੇ, ਜੇ ਸਾਡਾ ਮਨ ਜਾਗੇ ਤੇ ਮਾਲਕ ਨੂੰ ਦੇਖੇ ਸਾਹਮਣੇ, ਜੇ ਸਾਡਾ ਮਨ ਜਾਗੇ ਤੇ ਇਹਨੂੰ ਆਪਦਾ ਘਰ ਨਜ਼ਰ ਆਵੇ, ਨਿਜ ਮਹਿਲ ਥਿਰ ਘਰ ਦਿਸੇ ਇਹਨੂੰ। ਜ਼ਿਆਦਾ ਕਿ ਸੁੱਤਾ ਹੈ, ਸੁੱਤੇ ਨੂੰ ਫਿਰ ਨਜ਼ਰ ਨਹੀਂ ਆਉਂਦਾ ਕੁਛ ਵੀ। ਤਾਂ ਫਿਰ ਆਪਾਂ ਨੂੰ ਦੱਸਦੇ ਵੀ ਮਨ ਨੂੰ ਹੁਣ ਇਹ ਜਗਾਉਣ ਦਾ ਤਰੀਕਾ ਹੈ, ਸਿਮਰਨ ਕਰਕੇ ਮਨ ਨੂੰ ਜਗਾਓ। ਵੀ ਨਹੀਂ ਤਾਂ ਮਨਮੁਖ ਤਾਂ ਉਦੋਂ ਜਾਗਦਾ ਵੀ ਜਦੋਂ ਇਹਦਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਜੰਮ ਜਗਾਉਂਦੇ ਆ ਕੇ। ਇਹ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਤੁਸੀਂ ਜਾਗ ਪਓ, ਅਤੇ ਉਹ ਜਾਗਣ ਵਾਸਤੇ ਫਿਰ ਆਪਾਂ ਨੂੰ ਸਿਮਰਨ ਦੱਸ ਦਿੱਤਾ ਵੀ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾ ਲਓ। ਮਹਾਰਾਜ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਕਿ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਾਗਤ ਅਵਸਥਾ 'ਚ ਲੈ ਕੇ ਆਓ। ਆਓ ਹੁਣ ਕਿਵੇਂ ਸਾਡੇ ਮਨ ਨੇ ਸੁੱਤੇ ਹੋਏ ਨੇ ਜਾਗਣਾ ਹੈ। ਜਦੋਂ ਇਹ ਜਾਗੇਗਾ ਫਿਰ ਇਹਨੂੰ ਸੋਝੀ ਆਉਣੀ, ਫਿਰ ਇਹਨੂੰ ਗਿਆਨ ਹੋਣਾ। ਆਓ ਮਨ ਨੂੰ ਜਗਾਉਣ ਵਾਸਤੇ ਸਤਿਗੁਰੂ ਜੋ ਆਪਾਂ ਨੂੰ ਇਹ ਸਾਸ ਗਿਰਾਸੇ ਮਨ ਦੱਸਦੇ ਨੇ,
आओ सारी गुरमुख प्यारे करो जी शुरू। वाहिगुरू 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਰੀਕਾ ਗੁਰਮੁਖ ਪਿਆਰਿਓ ਆਪਣੇ ਸੁਤੇ ਹੋਏ ਮਨ ਨੂੰ ਜਗਾਉਣ ਵਾਸਤੇ। ਜਿੰਨਾ ਆਪਾਂ ਸਿਮਰਨ ਕਰਾਂਗੇ ਫੇਰ ਹੀ ਸਾਡਾ ਮਨ ਹੈ ਜਿਹੜਾ ਇਹ ਸੁੱਤਾ ਹੋਇਆ ਜਾਗੇਗਾ। ਜਦੋਂ ਅਸੀਂ ਜਾਗਾਂਗੇ ਫਿਰ ਸਾਨੂੰ ਪਤਾ ਲੱਗਣਾ ਵੀ ਇਹ ਖੇਲ ਚੱਲਦਾ ਕਿਵੇਂ। ਜਦ ਤੱਕ ਤਾਂ ਸੁੱਤਿਆਂ ਨੂੰ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਵੇਂ ਖੇਲ ਚੱਲਦਾ ਹੈ। ਜਦੋਂ ਮਨ ਜਾਗੇਗਾ ਫਿਰ ਇਹਨੂੰ ਪਤਾ ਲੱਗਣਾ ਅਤੇ ਫਿਰ ਇਹਨੂੰ ਗੁਰਬਾਣੀ ਦੀ ਸਮਝ ਆਉਣੀ, ਕਿਉਂਕਿ ਗੁਰਬਾਣੀ ਗੁਰੂ ਉਹਨਾਂ ਗੁਰਮੁਖਾਂ ਦੀ ਜਿਹੜੇ ਜਾਗੇ। ਇਹ ਸਾਡਾ ਮਨ ਸੁੱਤਾ ਹੋਇਆ ਤਾਂ ਕਰਕੇ ਸਾਨੂੰ ਸਮਝ ਨਹੀਂ ਲੱਗਦੀ। ਗੁਰਬਾਣੀ ਉੱਥੋਂ ਸ਼ੁਰੂ ਹੁੰਦੀ ਜਦੋਂ ਅਸੀਂ ਮਰਦੇ ਹਾਂ, ਮਰਨ ਤੋਂ ਬਾਅਦ ਦੀ ਗੱਲ ਕਰਤੀ। ਹੁਣ ਜ਼ਿਆਦਾ ਕੋਈ ਜਿਉਂਦੇ ਜੀ ਮਰਿਆ ਹੋਵੇ, ਮਰਨ ਤੋਂ ਬਾਅਦ ਫਿਰ ਜਿਉਂਦਾ ਹੋਇਆ ਹੋਵੇ, ਉਹ ਫਿਰ ਸਾਨੂੰ ਦੱਸ ਸਕਦਾ। ਇੱਕ ਤਾਂ ਜਿਵੇਂ ਸੰਸਾਰ 'ਚ ਆਪਾਂ ਦੇਖਦੇ ਨਾ, ਕਈ ਵਾਰ ਜੀਵ ਮਰ ਜਾਂਦਾ, ਉਹ ਮਰ ਕੇ ਥੋੜ੍ਹੇ ਟਾਈਮ ਬਾਅਦ ਫਿਰ ਜਿਉਂਦਾ ਹੋ ਜਾਂਦਾ। ਉਹ ਨਹੀਂ ਮਰਨਾ, ਉਹ ਤਾਂ ਫਿਰ ਭੁੱਲ ਜਾਂਦਾ। ਸ਼ਬਦ ਦੁਆਰਾ ਮਰਨਾ ਜਿਹਨੂੰ ਕਹਿੰਦੇ ਵੀ ਗੁਰਮੁਖ ਨੇ ਜਿਹੜੇ, ਉਹ ਮਰ ਜੀਵੜੇ ਵੀ ਜਿਨ੍ਹਾਂ ਨੇ ਸ਼ਬਦ ਦੁਆਰਾ ਮਰਨਾ ਸਿੱਖਿਆ। ਗੁਰਮੁਖ ਜਿਉਂਦੇ ਜੀ ਪਹਿਲਾਂ ਮਰੇ ਅਤੇ ਮਰਨ ਤੋਂ ਬਾਅਦ ਫਿਰ ਮਾਲਕ ਨੇ ਉਹਨਾਂ ਨੂੰ ਜਿਉਂਦੇ ਕੀਤਾ। ਜਦੋਂ ਉਹ ਸ਼ਬਦ ਦੁਆਰਾ ਮਰ ਕੇ ਫਿਰ ਜਿਉਂਦੇ ਹੁੰਦੇ, ਫਿਰ ਉਹ ਆਪਾਂ ਨੂੰ ਉਹ ਕਹਾਣੀ ਦੱਸਦੇ ਉਹਨਾਂ ਦੀ ਗੁਰਬਾਣੀ, ਉਹਨਾਂ ਗੁਰਮੁਖਾਂ ਦੀ, ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ।
ਹੁਣ ਤਾਂ ਕਰਕੇ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਇਹ ਮਰਨ ਤੋਂ ਬਾਅਦ ਦੀ ਗੱਲ ਕਰਦੇ, ਅਤੇ ਅਸੀਂ ਗੁਰਬਾਣੀ ਨੂੰ ਇੱਧਰ ਸੰਸਾਰ ਦੇ ਵਿੱਚ ਆਪਦੇ 'ਤੇ ਲਾਉਂਦੇ ਹਾਂ, ਸਰੀਰ ਦੇ ਉੱਤੇ ਲਾਉਂਦੇ ਹਾਂ। ਉਹ ਤਾਂ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਵੀ ਕਹਿੰਦੇ ਤੇ ਕਹਿੰਦੇ ਕੀ ਨੇ ਸਾਨੂੰ। ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਜਿਉਂਦੇ ਜੀ ਮਰਨਾ ਸਿੱਖੋ, ਮਨ ਨੂੰ ਮਾਰੋ। ਜੇ ਸਾਨੂੰ ਨਹੀਂ ਆਉਂਦਾ ਤਾਂ ਕਹਿੰਦੇ ਸਿੱਖ ਲਓ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਵੀ ਜੇ ਅਸੀਂ ਭੁੱਲ ਗਏ ਹਾਂ ਤਾਂ ਸਿੱਖ ਲਈਏ। ਇਹ ਹੈ ਸ਼ਬਦ ਦੁਬਾਰਾ ਫਿਰ ਮਰਨਾ ਸਿੱਖਣਾ। ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਿਮਰਨ ਅਭਿਆਸ ਕਰਦੇ ਕਰਦੇ ਅਸੀਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ। ਜਦੋਂ ਵਿਚਾਰਾਂ ਤੋਂ ਰਹਿਤ ਹੋ ਗਏ ਸਮਝ ਲਓ ਮਨ ਮਰ ਗਿਆ। ਜਦੋਂ ਮਨ ਮਰੇਗਾ ਫਿਰ ਇਹ ਜਾਗੇਗਾ ਅਤੇ ਫਿਰ ਇਹਨੂੰ ਸਮਝ ਲੱਗੇਗੀ ਵੀ ਮੈਨੂੰ ਕੀ ਕਹਿੰਦੇ ਨੇ ਗੁਰਬਾਣੀ ਗੁਰੂ, ਕੀ ਸਮਝਾਉਂਦੇ। ਤਾਈਓ ਸਾਨੂੰ ਸ਼ਰਤ ਇਹ ਰੱਖੀ ਨਾ ਮਹਾਰਾਜ ਨੇ, ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਵੀ ਜੇ ਅਸੀਂ ਨਾਮ ਦੀ ਪ੍ਰਾਪਤੀ ਕਰਨੀ ਮਾਲਕ ਦੀ, ਅਤੇ ਸਾਨੂੰ ਇਹ ਸਰੀਰ ਨੂੰ ਛੱਡਣਾ ਪੈਣਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ, ਪਹਿਲਾਂ ਸਰੀਰ ਨੂੰ ਛੱਡੋ, ਜਿਉਂਦੇ ਜੀ ਮਰੋ। ਅਤੇ ਜਦੋਂ ਅਸੀਂ ਜਿਉਂਦੇ ਜੀ ਮਰਨਾ ਸਿੱਖ ਲਿਆ ਫਿਰ ਸਾਡਾ ਮਨ ਉੱਧਰ ਜਿਉਂਦਾ ਹੋ ਜਾਂਦਾ। ਸ਼ਬਦ ਦੁਬਾਰਾ ਇਹਨੂੰ ਜਿਉਂਦਾ ਕਰ ਦਿੰਦੇ, ਫਿਰ ਇਹਨੂੰ ਐਸਾ ਜਿਉਂਦਾ ਕਰਦੇ ਸਦਾ ਵਾਸਤੇ ਅਮਰ ਕਰ ਦਿੰਦੇ, ਫਿਰ ਇਹਦੀ ਦੁਬਾਰਾ ਮੌਤ ਨਹੀਂ ਹੁੰਦੀ। ਜਿਹਨੂੰ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਰਸ ਪਾਇਆ ਮੋਇਆ ਜਿਵਾਇਆ ਫਿਰ ਬੌੜ ਮਰਨ ਨਾ ਹੋਈ। ਵੀ ਐਸਾ ਫਿਰ ਇਹਦੇ ਮੁਖ ਦੇ ਵਿੱਚ ਅੰਮ੍ਰਿਤ ਪਾਉਂਦੇ, ਇਹਨੂੰ ਸਦਾ ਵਾਸਤੇ ਅਮਰ ਕਰ ਦਿੰਦੇ, ਫਿਰ ਇਹ ਦੁਬਾਰਾ ਮਰਦਾ ਨਹੀਂ, ਸਦਾ ਵਾਸਤੇ ਫਿਰ ਇਹ ਅਮਰ ਹੋ ਜਾਂਦਾ। ਅਤੇ ਜਿਹੜੇ ਗੁਰਮੁਖ ਅਮਰ ਹੋਏ, ਜਿਹੜੇ ਫਿਰ ਜਿਉਂਦੇ ਜੀ ਮਰੇ, ਮਰਨ ਤੋਂ ਬਾਅਦ ਫਿਰ ਮਾਲਕ ਨੇ ਉਹਨਾਂ ਨੂੰ ਜਿਉਂਦੇ ਕੀਤਾ, ਫਿਰ ਉਹ ਆਪਾਂ ਨੂੰ ਦੱਸਦੇ ਵੀ ਅੱਗੇ ਕੀ ਹੁੰਦਾ, ਉਹਨਾਂ ਦੀ ਗੁਰਬਾਣੀ। ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਬਈ ਜੋ ਅੱਗੇ ਹੁੰਦਾ ਉਹ ਫਿਰ ਆਪਾਂ ਨੂੰ ਇੱਧਰ ਸਮਝਾਉਂਦੇ ਆਪਣੀ ਭਾਸ਼ਾ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਪਰਮੇਸ਼ਰ ਕੇ ਦਵਾਰੇ ਜੋ ਹੋਏ ਬਤੀਤੇ ਸੋ ਨਾਨਕ ਆਖ ਸੁਣਾਵੇ। ਵੀ ਜੋ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਉੱਥੇ ਦਰਗਾਹ 'ਤੇ ਜੋ ਮਨ ਦੇ ਨਾਲ ਬੀਤਦੀ, ਉਹ ਸਾਨੂੰ ਪਹਿਲਾਂ ਹੀ ਸੁਣਾਉਂਦੇ ਵੀ ਆਹ ਹੁੰਦਾ ਅੱਗੇ, ਆਹ ਹਾਲਤ ਹੁੰਦੀ ਹੈ। ਵੀ ਜੇ ਹੁਣ ਅਸੀਂ ਸਿਮਰਨ ਨਾ ਕੀਤਾ, ਜੇ ਅਸੀਂ ਨਾ ਨਾਮ ਦਾ ਭੇਤ ਲਿਆ, ਨਾ ਨਾਮ ਦੇ ਨਾਲ ਜੁੜੇ, ਸਾਡੇ ਮਨ ਦੀ ਇਹ ਹਾਲਤ ਹੋਣੀ ਅੱਗੇ। ਤਾਈਓ ਮਨ ਨੂੰ ਕਹਿੰਦੇ ਕਹਿਤ ਕਬੀਰ ਸੁਣੋ ਮਨ ਮੇਰੇ, ਇਹੋ ਹਵਾਲ ਹੋਏਗੇ ਤੇਰੇ। ਵੀ ਤੇਰਾ ਵੀ ਇਹੀ ਹਾਲ ਹੋਊ ਜੇ ਤੂੰ ਹੁਣ ਨਾ ਜਾਗਿਆ, ਜੇ ਤੂੰ ਨਾ ਗੁਰੂ ਦਾ ਕਹਿਣਾ ਮੰਨਿਆ ਤਾਂ। ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ, ਤਾਂ ਕਿ ਜੋ ਆਪਣਾ ਮਨ ਸੁੱਤਾ ਹੋਇਆ ਇਹ ਜਾਗ ਪਵੇ। ਇਹ ਜਾ ਕੇ ਇੱਕ ਵਾਰ ਦੇਖ ਲਵੇ ਨਾ ਅੱਗੇ ਵੀ ਅੱਗੇ ਕੀ ਹੁੰਦਾ ਹੈ, ਅਤੇ ਫਿਰ ਇਹ ਸਿਮਰਨ ਛੱਡਦਾ ਹੀ ਨਹੀਂ। ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਮੇਰਾ ਤਾਂ ਕੋਈ ਸੰਗੀ ਸਾਥੀ ਹੈ ਹੀ ਨਹੀਂ ਇੱਧਰ, ਵੀ ਜਿਹੜਾ ਮੇਰਾ ਅਸਲ ਸਾਥੀ ਹੈ ਉਹ ਤਾਂ ਜਾਂ ਨਾਮ ਹੈ ਜਾਂ ਮਾਲਕ ਹੈ। ਫਿਰ ਇਹ ਪਰਮਾਤਮਾ ਅਤੇ ਨਾਮ ਨੂੰ ਨਹੀਂ ਛੱਡਦਾ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਇੱਕ ਵਾਰ ਸਾਡਾ ਮਨ ਜਾਗੇ ਅਤੇ ਜਾ ਕੇ ਉਹ ਦੇਖੇ ਅਵਸਥਾ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਗੁਰਮੁਖਾਂ ਨੇ ਆਪਾਂ ਨੂੰ ਇਹ ਗਿਆਨ ਦਿੱਤਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵਾਰ-ਵਾਰ, ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਮਨ ਦੇ ਵਿੱਚ ਇਹ ਮਨ ਮੰਨਣ ਦੀ ਅਵਸਥਾ 'ਚ ਆ ਜੇ। ਸੋ ਇਸ ਲਈ ਆਪਾਂ ਹੁਣ ਇਹ ਵੱਧ ਤੋਂ ਵੱਧ ਫਿਰ ਜੀਵਨ ਦਾ ਲਾਹਾ ਕੱਟਣਾ। ਸੋ ਇਹ ਜੋ ਆਪਾਂ ਨੂੰ ਸਤਿਗੁਰਾਂ ਨੇ ਜਗ ਬੀਤੀ ਸੁਣਾਈ ਹੈ, ਅਤੇ ਕੱਲ੍ਹ ਨੂੰ ਆਪਾਂ ਨੂੰ ਜੋ ਹੱਡ ਬੀਤੀ ਸੁਣਾਉਂਦੇ ਆਪਾਂ ਉਹ ਪੁੱਛ ਲਾਂਗੇ ਸਤਿਗੁਰਾਂ ਤੋਂ ਵੀ ਹੁਣ ਤੁਸੀਂ ਜਗ ਬੀਤੀ ਦੱਸਤੀ ਅਤੇ ਸਾਨੂੰ ਹੁਣ ਹੱਡ ਬੀਤੀ ਵੀ ਸੁਣਾ ਦਿਓ। ਫਿਰ ਉਹ ਆਪਾਂ ਨੂੰ ਆਪਦੀ ਸੁਣਾਉਣਗੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ
ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।